ठीक है, स्टार्टिंग तो हाँ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ ਤੇ ਤੁਸੀਂ ਸਾਰੇ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਖਬਰ ਪੜਤਾਲ, ਜਿਸ ਦੇ ਵਿੱਚ ਆਪਾਂ ਪੰਜਾਬ ਅਤੇ ਦੇਸ਼ ਨਾਲ ਜੁੜੀਆਂ ਖਾਸ ਖਬਰਾਂ ਦੇ ਉੱਪਰ ਅਕਸਰ ਚਰਚਾ ਕਰਦੇ ਹਾਂ ਤੇ ਇਸ ਚਰਚਾ ਤੇ ਗੱਲਬਾਤ ਲਈ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਇਸ ਪ੍ਰੋਗਰਾਮ ਵਿੱਚ ਮੌਜੂਦ ਨੇ ਜੀ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ ਬਹੁਤ ਸਵਾਗਤ ਹੈ ਡੱਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ। जी बिल्कुल, सो ढेर सारियां खबरां लैके अज भी हाजिर होए हैं। खास खबरां ने जिस उपर सारियां दी नज़रां बणियां होईयां। सब तो पहला अगर असीं गल करिए कि पंजाब दे सेहत मंत्री विजय सिंगला नूं जो है कैबिनेट तो बाहर दा रस्ता दिखा दिता गया है। भ्रिष्टाचार दा मामला जो है सामने आ रहा है, इस उपर पूरे विस्तार विच गलबात करनी बहुत जरूरी बनदी है। दूजे पासे नवजोत सिंह सिद्धू दी सेहत ਦੀਆਂ ਜਿਹੜੀਆਂ ਇਸ਼ੂਜ਼ ਆ ਰਹੇ ਸੀ, ਬਾਰ-ਬਾਰ ਉਹਨਾਂ ਦੀ ਡਾਈਟ ਨੂੰ ਲੈ ਕੇ ਜੋ ਇਸ਼ੂ ਆ ਰਹੇ ਸੀ, ਸੋ ਮੈਡੀਕਲ टीम ने जो डॉक्टरों के पैनल ने जांच की थी, उस तो बाद हुण उन्हां दी डाइट चार्ट जो दिता गया कि उन्हां दी जो खराब सेहत के हवाले तो की चीज़ां उन्हां नूं खाणियां जरूरी ने, चाहे सलाद की गल करिए चाहे सूप की गल करिए। सो डाइट चार्ट विच की शामिल रहने वाला है और की जेल प्रशासन सब मुहैया करवा सकता है, इस उपर चर्चा जरूर करांगे। पर एक बहुत ही संजीदा सवाल पूरे देश के लोगों के नाल जुड़िया बणिया होया है कि खंड दीयां कीमतां लगातार वध रहीआं ने, आटे दीयां कीमतां लगातार वध रहीआं ने, की कारण ने उन्हां पिछे? पर नाल दी नाल केंद्र सरकार जो है यूटी के मुलाजमां नूं तोहफा दे रहा, लाखां रुपए अकाउंट विच आउण वाले ने, किहड़े मुलाजम ने? विस्तार विच भी जानकारी डल्ला जी तुहाडे तो जरूर लवांगे। सब तो पहला अगर शुरुआत करिए पंजाब के सेहत मंत्री तो, भ्रिष्टाचार का मामला कैबिनेट तो बाहर का रस्ता दिखा दिता गया। केजरीवाल मुख्यमंत्री भगवंत मान की तारीफा करते नजर आ रहे हैं, विरोधी भी इस पूरे मामले ते तारीफ करते नजर आ रहे हैं भगवंत मान की। उधर विजय सिंगला की गल करिए तो अदालत ने 27 मई तक पुलिस रिमांड उत्ते उन्हां नूं भेज दिता है जी। पूरी खबर का विस्तार तुहाडे तो जरूर जानना चाहांगे। देखो, खबर ये बहुत महत्वपूर्ण है। मैनूं लगदा है 66-67 दिनां दी हो गई है आम आदमी पार्टी की सरकार ते 2015 च जदों अरविंद केजरीवाल की सरकार दिल्ली च बनी सी ਤਾਂ ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰੀ ਇਹ ਹੋਇਆ ਸੀ ਜਦੋਂ ਅਰਵਿੰਦ ਕੇਜਰੀਵਾਲ ਨੇ ਵੀ ਆਪਣਾ ਇੱਕ ਮੰਤਰੀ ਬਰਖਾਸਤ ਕੀਤਾ ਸੀ। ਸੋ 7 ਸਾਲ ਬਾਅਦ 2022 'ਚ ਜਦੋਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਇੱਕ ਵਾਰ ਫੇਰ ਇੱਕ ਮੰਤਰੀ ਆਮ ਆਦਮੀ ਪਾਰਟੀ ਵੱਲੋਂ ਬਰਖਾਸਤ ਕੀਤਾ ਗਿਆ। ਤੁਹਾਨੂੰ ਯਾਦ ਹੋਣਾ ਹਰਜੋਤ ਜੀ, ਜਦੋਂ ਅਰਵਿੰਦ ਕੇਜਰੀਵਾਲ ਨੇ ਸਰਕਾਰ ਬਣਨ ਦੇ ਤੀਸਰੇ ਚੌਥੇ ਦਿਨ ਵਿਧਾਇਕਾਂ ਦੇ ਨਾਲ ਮੀਟਿੰਗ ਕੀਤੀ ਸੀ, ਮੰਤਰੀਆਂ ਨਾਲ ਮੀਟਿੰਗ ਕੀਤੀ ਸੀ ਤੇ ਉਹਨਾਂ ਨੇ ਕਹਿ ਦਿੱਤਾ ਸੀ कि कोई भी विधायक करप्शन ना करे, करप्शन के खिलाफ साडी टॉलरेंस जीरो है। मतलब कि असीं करप्शन के मामले ते किसी नूं नहीं बख्शांगे क्योंकि आम आदमी पार्टी खड़ी करप्शन के दरखत ते है और करप्शन आम आदमी पार्टी नहीं कर सकती। और जिथों तक गल रही भगवंत मान दे इस फैसले की, जदों ये पता लगता है कि अपनी कैबिनेट का कोई साथी करप्शन कर रहा है तो भगवंत मान वालों ना केवल ਉਹਨਾਂ ਅਧਿਕਾਰੀਆਂ ਨੂੰ ਤਸੱਲੀ ਦਿੱਤੀ ਗਈ ਕਿ ਤੁਸੀਂ ਘਬਰਾਓ ਨਾ, ਜਿਹੜੇ ਸ਼ਿਕਾਇਤ ਲੈ ਕੇ ਆਏ ਸੀ ਇੱਕ ਅਧਿਕਾਰੀ ਜੀ, ਬਲਕਿ ਭਗਵੰਤ ਮਾਨ ਨੇ ਬਰਖਾਸਤ ਵੀ ਕਰ ਦਿੱਤਾ ਸਿਹਤ ਮੰਤਰੀ ਵਿਜੇ ਸਿੰਗਲਾ ਹੋਣਾ ਨੂੰ। ਵਿਜੇ ਸਿੰਗਲਾ ਬੜੇ ਪੜ੍ਹੇ ਲਿਖੇ ਲੀਡਰ ਨੇ ਔਰ ਪਹਿਲੀ ਵਾਰੀ ਉਹ ਵਿਧਾਇਕ ਬਣੇ ਸੀ ਔਰ ਉਹਨਾਂ ਨੇ ਸਿੱਧੂ ਮੂਸੇਵਾਲਾ ਨੂੰ ਹਰਾਇਆ ਸੀ ਜਿਹੜਾ ਨੌਜਵਾਨ ਹੈ। ਔਰ ਜਦੋਂ ਜਿੱਤੇ ਸੀ ਡਾਕਟਰ ਵਿਜੇ ਸਿੰਗਲਾ ਤੇ ਮੈਂ ਸੋਸ਼ਲ ਮੀਡੀਆ ਤੇ ਉਹਨਾਂ ਦੀ ਵੀਡੀਓ ਦੇਖ ਰਿਹਾ ਸੀ ਹਰਜੋਤ ਜੀ, ਜਿੱਤਣ ਤੋਂ ਬਾਅਦ ਬਹੁਤ ਵੱਡੀ ਭੀੜ ਉਹਨਾਂ ਦਾ ਸਮਰਥਨ ਕਰ ਰਹੀ ਸੀ, ਉਹਨਾਂ ਦੇ ਗਲ 'ਚ ਹਾਰ ਪਾਏ ਹੋਏ ਸੀ ਔਰ ਉਹ ਆਪਣੇ ਪੱਟ ਤੇ ਥਾਪੀਆਂ ਮਾਰ ਰਹੇ ਸੀ, ਜਿੱਤ ਦੀ ਖੁਸ਼ੀ ਮਨਾ ਰਹੇ ਸੀ ਜਿਵੇਂ ਕਿਸੇ ਅਖਾੜੇ 'ਚ ਕਿਸੇ ਪਹਿਲਵਾਨ ਨੇ ਜਿੱਤ ਹਾਸਲ ਕੀਤੀ ਹੋਵੇ। ਮਨੁੱਖੀ ਸੁਭਾਅ ਹੈ। ਪਰ ਮੈਨੂੰ ਮੇਰਾ ਇਹ ਮੰਨਣਾ ਹੈ ਕਿ ਜਿਹੜੇ ਪੋਲੀਟੀਕਲ ਲੀਡਰ ਹੁੰਦੇ ਨੇ ਉਹਨਾਂ ਨੂੰ ਜਿੱਤ ਤੋਂ ਬਾਅਦ ਵੀ ਬਹੁਤ ਨਿਮਰ ਰਹਿਣਾ ਚਾਹੀਦਾ ਹੈ, ਹਾਰਨ ਤੋਂ ਬਾਅਦ ਬਹੁਤ ਨਿਮਰ ਰਹਿਣਾ ਚਾਹੀਦਾ ਹੈ, ਕਿਉਂਕਿ ਉਹਨਾਂ ਦਾ ਜਿਹੜਾ ਇਸ ਤਰੀਕੇ ਦਾ ਆਚਰਣ ਹੈ ਉਹ ਕਿਤੇ ਨਾ ਕਿਤੇ ਉਹ ਸਾਰਿਆਂ ਦੇ ਮਨ ਨੂੰ ਸਕੂਨ ਦਿੰਦਾ ਹੈ। ਸੋ ਜਿੱਤ ਦੀ ਜ਼ਿਆਦਾ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਤੇ ਹਾਰ ਦਾ ਜ਼ਿਆਦਾ। ਇਸੇ ਤਰ੍ਹਾਂ ਮੈਨੂੰ ਲੱਗਦਾ ਜ਼ਿੰਦਗੀ ਦਾ ਵੀ ਇਹ ਅਸੂਲ ਹੋਣਾ ਚਾਹੀਦਾ ਹੈ ਕਿ ਜੇ ਖੁਸ਼ੀ ਹੋ ਜੇ ਬਹੁਤ ਜ਼ਿਆਦਾ ਤੇ ਬਹੁਤੇ ਜ਼ਿਆਦਾ ਨੱਚੋ ਟੱਪੋ ਨਾ, ਕਿਉਂਕਿ ਜ਼ਿੰਦਗੀ ਦੁੱਖ ਤੇ ਦੁੱਖ ਦਾ ਹਿੱਸਾ ਹੈ। ਪਰ ਇੱਥੇ ਮਸਲਾ ਵੱਖਰਾ ਹੈ, ਜਿਹੜਾ ਦੁੱਖ ਆਇਆ ਉਹਨਾਂ ਨੂੰ, ਜਿਹੜਾ ਉਹ ਮੰਤਰੀ ਮੰਡਲ ਤੋਂ ਬਾਹਰ ਕੀਤੇ ਗਏ ਨੇ, ਇਹ ਦੁੱਖ ਕਿਤੇ ਨਾ ਕਿਤੇ ਕਰਪਸ਼ਨ ਨੇ ਪੈਦਾ ਕੀਤਾ ਹੈ। ਹੁਣ ਭਗਵੰਤ ਮਾਨ ਨੇ ਵਾਹਵਾਹੀ ਖੱਟ ਲਈ। ਭਗਵੰਤ ਮਾਨ ਹੋਣਾ ਨੇ ਵੀ ਜਿੱਦਾਂ ਹੀ ਕਰਪਸ਼ਨ ਦਾ ਇਹ ਮਾਮਲਾ ਉਜਾਗਰ ਕੀਤਾ, ਉਹਨਾਂ ਨੇ ਖੁਦ ਇੱਕ ਵੀਡੀਓ ਬਣਾਈ। ਭਗਵੰਤ ਮਾਨ ਨੇ ਵੀਡੀਓ ਬਣਾਈ ਔਰ ਵੀਡੀਓ ਬਣਾ ਕੇ ਪੂਰਾ ਬਿਆਨ ਦਿੱਤਾ
ਕਿ ਔਰ ਉਹਨਾਂ ਨੇ ਪੂਰੀ ਕਹਾਣੀ ਭਗਵੰਤ ਮਾਨ ਨੇ ਦੱਸੀ ਔਰ ਇੱਕ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਗੁੰਜਾਇਸ਼ ਨਹੀਂ ਛੱਡੀ ਕਿ ਵਿਰੋਧੀ ਧਿਰਾਂ ਇਲਜ਼ਾਮ ਲਾਉਂਦੀਆਂ ਭਗਵੰਤ ਮਾਨ ਤੇ ਕਿ ਤੁਹਾਡੀ ਸਰਕਾਰ ਦੇ ਮੰਤਰੀ ਦੀ ਕਰਪਸ਼ਨ ਉਜਾਗਰ ਹੋਈ ਹੈ। ਸੋ ਆਮ ਆਦਮੀ ਪਾਰਟੀ ਨੇ ਜਿੱਥੇ ਮੰਤਰੀ ਬਰਖਾਸਤ ਕੀਤਾ, ਕਰਪਸ਼ਨ ਫੜੀ ਆਮ ਆਦਮੀ ਪਾਰਟੀ ਮੁਤਾਬਕ, ਉੱਥੇ ਹੀ ਉਹਨਾਂ ਨੇ ਮੰਤਰੀ ਨੂੰ ਬਰਖਾਸਤ ਕਰਕੇ ਆਪਣੀ ਸਰਕਾਰ ਦੀ ਵਾਹਵਾਹੀ ਵੀ ਕਰਾ ਲਈ ਔਰ ਭਗਵੰਤ ਮਾਨ ਉਹਨਾਂ ਨੇ ਮੇਰੇ ਸਣੇ ਹਜ਼ਾਰਾਂ ਲੱਖਾਂ ਪੰਜਾਬੀਆਂ ਦੀਆਂ ਸ਼ੁਭ ਕਾਮਨਾਵਾਂ ਔਰ ਉਹਨਾਂ ਦੀ ਤਾਰੀਫ ਬਟੋਰ ਲਈ। ਇਹ ਭਗਵੰਤ ਮਾਨ ਦੇ ਹਿੱਸੇ ਗਿਆ। ਪਰ ਦੂਜੇ ਪਾਸੇ ਜਿਹੜੇ ਮੰਤਰੀ ਨੇ ਉਹ ਹੁਣ 27 ਤਰੀਕ ਤੱਕ ਕਸਟਡੀ 'ਚ ਨੇ, ਪੁਲਿਸ ਦੀ ਹਿਰਾਸਤ 'ਚ ਨੇ, ਜਿਹੜਾ ਐਂਟੀ ਕਰਪਸ਼ਨ ਮਹਿਕਮਾ ਉਹਨਾਂ ਦੀ ਹਿਰਾਸਤ 'ਚ ਨੇ। ਪਰ ਮੈਂ ਇੱਕ ਚੀਜ਼ ਦੇਖ ਰਿਹਾ ਸੀ, ਜਦੋਂ ਉਹਨਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਪੁਲਿਸ ਵੱਲੋਂ, ਉਹਨਾਂ ਨੂੰ ਮੀਡੀਆ ਦੇ ਸਾਹਮਣੇ ਨਹੀਂ ਲਿਆਂਦਾ ਗਿਆ। ਭਗਵੰਤ ਮਾਨ ਉਹਨਾਂ ਨੇ ਵੀਡੀਓ ਵੀ ਬਣਾ ਲਈ, ਇਹ ਵੀ ਕਹਿਤਾ ਕਿ ਜਿਹੜੇ ਸਿਹਤ ਮੰਤਰੀ ਨੇ ਉਹ ਆਪਣਾ ਕਸੂਰ ਵੀ ਮੰਨ ਗਏ ਨੇ ਔਰ ਪੂਰੇ ਮੀਡੀਆ 'ਚ ਪ੍ਰਚਾਰ ਵੀ ਹੋ ਗਿਆ, ਮੰਤਰੀ ਨੂੰ ਗ੍ਰਿਫਤਾਰ ਕਰਨ ਦੇ ਆਰਡਰ ਵੀ ਦਿੱਤੇ, ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ। ਪਰ ਅਗਰ ਇਹ ਸਭ ਕੁਝ ਹੋ ਗਿਆ ਸੀ ਤੇ ਜ਼ਰੂਰ ਪੁਲਿਸ ਨੂੰ ਚਾਹੀਦਾ ਸੀ ਕਿ ਇੱਕ ਵਾਰੀ ਅਗਰ ਮੰਤਰੀ ਵਿਜੇ ਸਿੰਗਲਾ ਪੱਤਰਕਾਰਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ ਤੇ ਕਰਾ ਦਿਓ। ਔਰ ਉਹਨਾਂ ਨੂੰ ਜਦੋਂ ਪੇਸ਼ ਵੀ ਕੀਤਾ ਗਿਆ, ਮੀਡੀਆ ਦੇ ਵਿੱਚ ਰਿਪੋਰਟਾਂ ਨੇ ਕਿ ਉਹਨਾਂ ਨੂੰ ਚੁੱਪ ਚਪੀਤੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿ ਪੱਤਰਕਾਰਾਂ ਦੇ ਸਾਹਮਣੇ ਨਾ ਉਹਨਾਂ ਨੂੰ ਲਿਆਂਦਾ ਜਾ ਸਕੇ। ਹਾਲਾਂਕਿ ਉਹਨਾਂ ਨੇ ਅਦਾਲਤ 'ਚ ਤਾਂ ਪੇਸ਼ ਕਰ ਲਿਆ ਆਪਣੇ ਵੱਲੋਂ ਚੁੱਪ ਚਪੀਤੇ, ਫਿਰ ਵੀ ਕੁਝ ਤਸਵੀਰਾਂ ਆ ਗਈਆਂ। ਪਰ ਜਦੋਂ ਸਿਵਲ ਹਸਪਤਾਲ ਉਹਨਾਂ ਦਾ ਮੈਡੀਕਲ ਹੋਣਾ ਸੀ, ਸਿਵਲ ਹਸਪਤਾਲ ਇੱਕੋ ਹੀ ਹੈ, ਸਿਵਲ ਹਸਪਤਾਲ ਦੇ ਗੇਟ ਵੀ ਇੱਕ ਦੋ ਹੀ ਹੁੰਦੇ ਨੇ ਸਰਕਾਰੀ ਇਮਾਰਤਾਂ ਦੇ, ਉੱਥੇ ਵੱਡੀ ਗਿਣਤੀ 'ਚ ਪ੍ਰੈਸ ਵਾਲੇ ਮੌਜੂਦ ਸੀ। ਮੋਹਾਲੀ ਦਾ, ਚੰਡੀਗੜ੍ਹ ਦਾ ਵੱਡੀ ਗਿਣਤੀ 'ਚ ਪੱਤਰਕਾਰ ਭਾਈਚਾਰਾ ਉੱਥੇ ਮੌਜੂਦ ਸੀ ਔਰ ਮੀਡੀਆ ਨੇ ਆਪਣੀ ਫਿਰ ਜ਼ਿੰਮੇਵਾਰੀ ਨਿਭਾਈ। ਹਰ ਐਂਗਲ ਤੋਂ ਉਹਨਾਂ ਨੇ ਵੀਡੀਓ ਬਣਾਈ, ਫੋਟੋ ਖਿੱਚੀ, ਜੋ ਸੰਭਵ ਹੋ ਸਕਦਾ ਸੀ। ਔਰ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ, ਇੱਕ ਮੈਂ ਛੋਟਾ ਜਿਹਾ ਕਲਿੱਪ 10-15 ਸੈਕਿੰਡ ਦਾ ਉਹਨਾਂ ਦਾ ਸੁਣਿਆ। ਉਹ ਗੱਡੀ ਦੇ ਵਿੱਚ ਬੈਠੇ ਹੀ ਕਹਿ ਰਹੇ ਸੀ ਕਿ ਇਹ ਪਾਰਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਹੁਣ ਇਹ ਸਵਾਲ ਬਹੁਤ ਵੱਡਾ ਹੈ ਕਿ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕੌਣ ਰਚ ਸਕਦਾ ਹੈ? ਬਿਲਕੁਲ ਇਹ ਪਾਰਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ, ਇਹ ਇੱਕ ਵੱਡਾ ਉਹਨਾਂ ਦਾ ਪੱਖ ਸੀ। ਔਰ ਅਗਰ ਪੁਲਿਸ ਉਹਨਾਂ ਦਾ ਪੱਖ ਉਹਨਾਂ ਨੂੰ ਬੋਲਣ ਦਿੰਦੀ ਮੀਡੀਆ ਦੇ ਨਾਲ, ਅਗਰ ਉਹ ਬੋਲਣਾ ਚਾਹੁੰਦੇ ਸੀ, ਅਗਰ ਉਹੀ ਨਹੀਂ ਸੀ ਬੋਲਣਾ ਚਾਹੁੰਦੇ ਫਿਰ ਤਾਂ ਗੱਲ ਵੱਖਰੀ ਹੈ। ਅਗਰ ਉਹ ਬੋਲਣਾ ਚਾਹੁੰਦੇ ਸੀ, ਪਰ ਮੈਂ ਮੰਨਦਾ ਕਿ ਉਹ ਬੋਲਣਾ ਚਾਹੁੰਦੇ ਸੀ ਕਿਉਂਕਿ ਉਹਨਾਂ ਨੇ ਗੱਡੀ 'ਚ ਬੈਠ ਕੇ ਇੰਨੀ ਗੱਲ ਬੋਲੀ ਕਿ ਪਾਰਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਅਗਰ ਪੁਲਿਸ ਉਹਨਾਂ ਨੂੰ ਬੋਲਣ ਦਿੰਦੀ ਤੇ ਉਹ ਖੁੱਲ੍ਹ ਕੇ ਆਪਣੀ ਗੱਲ ਰੱਖ ਸਕਦੇ ਸੀ। ਸਾਡੀ ਡੈਮੋਕ੍ਰੇਸੀ ਦੇ ਵਿੱਚ ਅਗਰ ਕੋਈ ਮੁਲਜ਼ਮ ਹੈ ਤੇ ਉਹਦਾ ਪੱਖ ਵੀ ਸੁਣਿਆ ਜਾਣਾ ਚਾਹੀਦਾ ਹੈ, ਪੂਰੀਆਂ ਗੱਲਾਂ ਇੱਕ ਪਾਸੜ ਤਾਂ ਨਹੀਂ ਹੋਣੀਆਂ ਚਾਹੀਦੀਆਂ। ਸੋ ਉਹਨਾਂ ਦਾ ਪੱਖ ਕੀ ਸੀ ਇਹ ਵੀ ਅਹਿਮੀਅਤ ਰੱਖਦਾ। ਪਰ ਇਹ ਗ੍ਰਿਫਤਾਰੀ ਕਿਵੇਂ ਹੋਈ, ਇਹ ਆਧਾਰ ਕਿਵੇਂ ਬਣਿਆ, ਹਰਜੋਤ ਜੀ, ਮੈਂ ਇਹ ਵੀ ਤੁਹਾਡੇ ਨਾਲ ਸਾਂਝਾ ਕਰਦਾ। ਇੱਕ ਬਿਆਨ ਰਜਿੰਦਰ ਸਿੰਘ ਨੇ, ਜਿਨ੍ਹਾਂ ਦੀ ਉਮਰ 57 ਸਾਲ ਦੀ ਹੈ ਔਰ ਇਹ ਮੋਹਾਲੀ ਜ਼ਿਲ੍ਹੇ ਦੇ ਰਹਿਣ ਵਾਲੇ ਨੇ। ਇਹ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਉੱਥੇ ਬਤੌਰ ਨਿਗਰਾਨ ਇੰਜੀਨੀਅਰ ਨੇ ਔਰ ਜਿਹੜੇ ਮੰਤਰੀ ਨੇ ਇਹ ਸਿਹਤ ਮੰਤਰੀ ਨੇ। ਇਹਨਾਂ ਦੇ ਇੱਕ OSD ਨੇ, ਉਹਨਾਂ ਦਾ ਨਾਮ ਪ੍ਰਦੀਪ ਕੁਮਾਰ ਹੈ। ਹੁਣ ਰਜਿੰਦਰ ਸਿੰਘ ਇਹ ਕਹਿੰਦੇ ਨੇ ਕਿ ਮਹਿਕਮੇ ਦੇ ਬਹੁਤ ਸਾਰੇ ਕੰਮ ਹੁੰਦੇ ਨੇ, ਟੈਂਡਰ ਹੁੰਦੇ ਨੇ, ਪੇਮੈਂਟ ਦੀਆਂ ਅਦਾਇਗੀਆਂ ਹੁੰਦੀਆਂ ਨੇ। ਇਹਨਾਂ ਦੇ ਮੁਤਾਬਕ ਇਹਨਾਂ ਤੇ ਦਬਾਅ ਬਣਾਇਆ ਗਿਆ। ਇਹਨਾਂ ਨੂੰ ਇਹ ਕਿਹਾ ਗਿਆ ਕਿ 41 ਕਰੋੜ ਰੁਪਏ ਦੇ ਲਗਭਗ ਜਿਹੜੇ ਨੇ ਉਹ ਕੰਮਾਂ ਦੀ ਅਲਾਟਮੈਂਟ ਕੀਤੀ ਗਈ ਹੈ ਔਰ 17 ਕਰੋੜ ਦੀ ਮਹਿਕਮੇ ਵੱਲੋਂ ਅਦਾਇਗੀ ਕੀਤੀ ਗਈ ਹੈ। ਸੋ ਜਿਹੜੇ ਸ਼ਿਕਾਇਤਕਰਤਾ ਨੇ ਉਹ ਇਹ ਕਹਿੰਦੇ ਨੇ ਵੀ ਇਹਦੇ ਐਵਜ਼ ਦੇ ਵਿੱਚ ਮੇਰੇ ਤੋਂ ਰਿਸ਼ਵਤ ਦੀ ਮੰਗ ਕੀਤੀ ਗਈ। ਔਰ ਇੱਕ ਵਾਰੀ ਮੈਨੂੰ ਸੱਦਿਆ ਗਿਆ ਉੱਥੇ ਪੰਜਾਬ ਭਵਨ ਦੇ ਵਿੱਚ, ਜਿੱਥੇ ਮੰਤਰੀ ਸਾਹਿਬ ਮੌਜੂਦ ਸੀ ਔਰ ਮੰਤਰੀ ਸਾਹਿਬ ਨੇ ਕਹਿੰਦੇ ਮੈਨੂੰ ਕਿਹਾ ਕਿ ਜੋ ਕੁਝ ਮੇਰੇ OSD ਪ੍ਰਦੀਪ ਜੀ ਕਹਿਣਗੇ ਉਹ ਸਮਝ ਲਓ ਮੈਂ ਹੀ ਕਹਿ ਰਿਹਾ। ਤੇ ਉਸ ਤੋਂ ਬਾਅਦ ਰਜਿੰਦਰ ਕੁਮਾਰ ਹੋਣੀ ਕਹਿੰਦੇ ਵੀ ਮੈਂ ਸਪਸ਼ਟ ਕਹਿਤਾ ਸੀ ਵੀ ਮੈਂ ਕੋਈ ਵੀ ਜਿਹੜੀ ਅਦਾਇਗੀ ਹੈ ਉਹ ਤੁਹਾਨੂੰ ਨਹੀਂ ਕਰ ਸਕਦਾ। ਔਰ ਰਜਿੰਦਰ ਕੁਮਾਰ ਉਹਨਾਂ ਨੇ ਹਵਾਲਾ ਵੀ ਦਿੱਤਾ ਕਿ ਉਹਨਾਂ ਦੀ ਰਿਟਾਇਰਮੈਂਟ ਹੋਣ ਵਾਲੀ ਹੈ 11ਵੇਂ ਮਹੀਨੇ। ਸੋ ਰਜਿੰਦਰ ਕੁਮਾਰ ਕਹਿ ਰਹੇ ਸੀ ਕਿ ਮੈਨੂੰ ਇਹ ਵੀ ਥ੍ਰੈਟ ਕੀਤੀ ਗਈ ਕਿ ਅਸੀਂ ਤੁਹਾਡੀ ਜਿਹੜੀ ਡਿਪਾਰਟਮੈਂਟਲ ਰਿਪੋਰਟ ਹੈ ਅਸੀਂ ਫਿਰ ਉਹਨੂੰ ਵੇਖਾਂਗੇ। ਸੋ ਸੰਕੇਤਕ ਥ੍ਰੈਟ ਹੋਈ। ਔਰ ਹਾਲਾਂਕਿ ਉਹਨਾਂ ਦਾ ਬਿਆਨ ਜੋ ਉਹਨਾਂ ਨੇ ਲਿਖਾਇਆ ਮੈਂ ਪੂਰਾ ਨਹੀਂ ਪੜ੍ਹ ਰਿਹਾ, ਉਹਨਾਂ ਦਾ ਭਾਵ ਇਹ ਸੀ
ਸੋ ਇਸ ਤੋਂ ਬਾਅਦ ਰਜਿੰਦਰ ਕੁਮਾਰ ਨੇ ਜਿਹੜੇ ਰਜਿੰਦਰ ਸਿੰਘ, ਮਾਫ ਕਰਨਾ ਮੈਂ ਕੁਮਾਰ ਕਹਿ ਰਿਹਾ, ਰਜਿੰਦਰ ਸਿੰਘ ਭਗਵੰਤ ਮਾਨ ਨੂੰ ਮਿਲੇ। ਉਹਨਾਂ ਨੇ ਭਗਵੰਤ ਮਾਨ ਨਾਲ ਸਾਰੀ ਗੱਲ ਸਾਂਝੀ ਕੀਤੀ ਤੇ ਕਹਿੰਦੇ ਫਿਰ ਭਗਵੰਤ ਮਾਨ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਤਕੜੇ ਰਹੋ, ਮੈਂ ਤੁਹਾਡੇ ਨਾਲ ਆ। ਔਰ ਫਿਰ ਇਹ ਪੂਰਾ ਮਾਮਲਾ ਜਿਹੜਾ ਇਹ ਉਹਨਾਂ ਦੀ ਗੱਲਬਾਤ ਰਿਕਾਰਡ ਕੀਤੀ ਗਈ। ਟੈਕਨੀਕਲ ਭਾਸ਼ਾ 'ਚ ਇਹਨੂੰ ਸਟਿੰਗ ਆਪਰੇਸ਼ਨ ਵੀ ਕਹਿ ਦਿੰਦੇ ਨੇ, ਟੈਕਨੀਕਲ ਭਾਸ਼ਾ। ਤੇ ਫਿਰ ਉਸ ਤੋਂ ਬਾਅਦ ਜਦੋਂ ਭਗਵੰਤ ਮਾਨ ਉਹਨਾਂ ਕੋਲੇ ਵੀ ਸਾਰੇ ਸਬੂਤ ਆ ਗਏ, ਫਿਰ ਉਹਨਾਂ ਨੇ ਮੰਤਰੀ ਨੂੰ ਬਰਖਾਸਤ ਕਰਤਾ ਕਹਿੰਦੇ, ਤੇ ਫਿਰ ਮੈਂ ਹੁਕਮ ਦਿੱਤੇ ਕਿ ਉਹਨਾਂ ਨੂੰ ਗ੍ਰਿਫਤਾਰ ਕਰੋ, ਔਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਸਾਰੀਆਂ ਸਥਿਤੀਆਂ ਠੀਕ ਹੈ, ਪਰ ਆਪਾਂ ਇੰਤਜ਼ਾਰ ਕਰਾਂਗੇ ਕਿ ਜਿਹੜੇ ਮੰਤਰੀ ਨੇ ਜਾਂ OSD ਨੇ ਉਹਨਾਂ ਦਾ ਕੀ ਕਹਿਣਾ ਹੈ। ਹਜੇ ਤੱਕ ਉਹਨਾਂ ਦਾ ਪੱਖ ਬਾਹਰ ਨਹੀਂ ਆਇਆ ਇਸ ਪੂਰੇ ਮਾਮਲੇ ਤੇ, ਉਹਨਾਂ ਦਾ ਪੱਖ ਕੀ ਹੈ। ਅਗਰ ਉਹਨਾਂ ਦੀਆਂ ਰਿਕਾਰਡਿੰਗਾਂ ਨੇ, ਉਹਨਾਂ ਰਿਕਾਰਡਿੰਗਾਂ ਦੇ ਪਿੱਛੇ ਆਧਾਰ ਕੀ ਹੈ, ਇਹ ਸਾਰੀਆਂ ਗੱਲਾਂ ਵੀ ਸਾਹਮਣੇ ਆਉਣੀਆਂ ਜ਼ਰੂਰੀ ਨੇ, ਕਿਉਂਕਿ ਵਿਜੇ ਸਿੰਗਲਾ ਇਹ ਵੀ ਕਹਿ ਰਹੇ ਨੇ ਕਿ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਸੋ ਅਗਰ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋਈ ਹੈ ਤੇ ਕੀ ਇਸ ਪੂਰੀ ਘਟਨਾ ਦੇ ਪਿੱਛੇ ਕੋਈ ਹੋਰ ਸਾਜ਼ਿਸ਼ ਵੀ ਹੈ ਜਿਹਦਾ ਸਾਨੂੰ ਨਹੀਂ ਪਤਾ ਤੇ ਵਿਜੇ ਸਿੰਗਲਾ ਨੂੰ ਪਤਾ ਹੈ। ਸੋ ਇਸ ਕਰਕੇ ਉਹਨਾਂ ਦਾ ਪੱਖ ਹੋਣਾ ਜ਼ਰੂਰੀ ਹੈ। ਮੈਨੂੰ ਲੱਗਦਾ ਅੱਜ ਉਹਨਾਂ ਦੇ ਵਕੀਲ ਇਸ ਮਾਮਲੇ 'ਚ ਪੱਖ ਰੱਖ ਸਕਦੇ ਨੇ, ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਵੱਲੋਂ ਕੋਈ ਪੱਖ ਰੱਖਿਆ ਜਾ ਸਕਦਾ ਹੈ, ਜਾਂ ਹੋ ਸਕਦਾ ਹੈ ਕਿ ਉਹ ਆਪਣੇ ਵਕੀਲਾਂ ਦੇ ਜ਼ਰੀਏ ਕੋਈ ਲਿਖਤੀ ਪ੍ਰੈਸ ਨੋਟ ਜਾਰੀ ਕਰਨ। ਉਹਨਾਂ ਦਾ ਪੱਖ ਆਉਣਾ ਚਾਹੀਦਾ ਵਿਜੇ ਸਿੰਗਲਾ ਦਾ ਵੀ, ਕਿ ਪੂਰਾ ਮਾਮਲਾ ਉਹ ਕਿਵੇਂ ਵੇਖਦੇ ਨੇ ਇਹ ਸਥਿਤੀਆਂ। जी बिल्कुल, अगर आप देखिए इस पूरे मामले के ऊपर जो पंजाब के मुख्यमंत्री भगवंत मान ने कदम चुकया, इस ऊपर केजरीवाल तो बहुत तारीफा करते नजर आ रहे हैं, पर नाल दी नाल विरोधी भी जो ने वो तारीफा करते नजर आ रहे हैं कि भगवंत मान ने वाकई बहुत चंगा कदम चुकया है। इसनों किस तरीके नाल देखदे हो कि जाखड़ ते खैरा ने भी इस सब मामले के ऊपर शलाघा की है पंजाब सरकार की? देखो, क्योंकि पहली नजर से लगता है कि करप्शन बचा ली भगवंत मान ने और एक मामला उजागर हो गया पहली नजर च। हालांकि असली फैसला तो अदालतां ने करना जो दूजे पक्ष सुने जाएंगे, क्योंकि शुरुआती एविडेंस ने जिहड़े उन्हां तो नजर आ रहा है कि ये मामला करप्शन दा है और भगवंत मान ने इहनूं चंगी तरह नाल हैंडल कीता है। उहदे तो बाद मुबारकां आईयां ने कांग्रेस दे कार्यकारी प्रधान ने भारत भूषण आशू, उन्हां ने तां इत्थों तक कहता, एक टैलीविजन ते बोल रहे सी ਉਹ ਕਹਿੰਦੇ ਜਿਹੜੇ ਟਿਕਟਾਂ ਦੇ ਵਿੱਚ ਜਿਹੜਾ ਪੈਸੇ ਦਾ ਆਦਾਨ ਪ੍ਰਦਾਨ ਹੋਇਆ ਜਾਂ ਜਿਹੜੇ ਹੋਰ ਮੰਤਰੀ ਨੇ, ਉਹ ਸਾਰੀਆਂ ਚੀਜ਼ਾਂ ਵੀ ਆਮ ਆਦਮੀ ਪਾਰਟੀ ਉਸ ਪਾਸੇ ਧਿਆਨ ਦੇਵੇ, ਉਹ ਉਸ ਕਰਪਸ਼ਨ ਤੇ ਵੀ ਨੱਥ ਪਾਈ ਜਾਵੇ। ਸੋ ਉਹਨਾਂ ਨੇ ਗੱਲ ਅੱਗੇ ਵਧਾਤੀ, ਭਾਰਤ ਭੂਸ਼ਣ ਆਸ਼ੂ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਨੇ। ਮੈਂ ਇੱਕ ਟੀਵੀ ਤੇ ਉਹਨਾਂ ਦੀ ਗੱਲ ਸੁਣੀ ਸੀ। ਫਿਰ ਰਾਜਾ ਵੜਿੰਗ ਹੋ ਗਏ ਜਾਂ ਸੁਨੀਲ ਜਾਖੜ ਹੋ ਗਏ, ਸਾਰਿਆਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ। ਫਤਿਹ ਜੰਗ ਸਿੰਘ ਬਾਜਵਾ ਨੇ, ਪ੍ਰਤਾਪ ਸਿੰਘ ਬਾਜਵਾ ਦੇ ਭਰਾ ਨੇ, ਉਹ ਬੀਜੇਪੀ 'ਚ ਚਲੇ ਗਏ ਸੀ, ਉਹਨਾਂ ਨੇ ਵੀ ਆਮ ਆਦਮੀ ਪਾਰਟੀ ਤੇ ਸਵਾਲ ਚੱਕੇ ਨੇ ਕਿ ਇਹ ਤਾਂ ਇੱਕ ਮਾਮਲਾ ਹੈ। ਉਹਨਾਂ ਨੇ ਤਾਂ ਹੋਰ ਵੱਡੇ ਇਲਜ਼ਾਮ ਲਾਤੇ, ਕਹਿੰਦੇ ਇਹੋ ਜਿਹੇ ਮਾਮਲੇ ਭਰੇ ਪਏ ਹੋ ਸਕਦੇ ਨੇ ਆਮ ਆਦਮੀ ਪਾਰਟੀ 'ਚ। ਸੋ ਉਹਨਾਂ ਦੇ ਪਾਸੇ ਵੀ ਆਮ ਆਦਮੀ ਪਾਰਟੀ ਸੋਚੇ। ਔਰ ਜਦੋਂ ਪੱਤਰਕਾਰ ਸਵਾਲ ਕਰਦੇ ਨੇ ਕਿ ਪਿਛਲੀਆਂ ਸਰਕਾਰਾਂ 'ਚ ਵੀ ਬਹੁਤ ਸਾਰੇ ਘੁਟਾਲੇਬਾਜ਼ ਰਹੇ ਹੈ ਪਿਛਲੇ ਸਮੇਂ ਦੇ ਵਿੱਚ ਵੀ, ਅਕਾਲੀ ਦਲ ਭਾਜਪਾ ਦੇ ਵੇਲੇ ਵੀ ਔਰ ਕਾਂਗਰਸ ਦੇ ਵੇਲੇ ਵੀ, ਤਾਂ ਫਿਰ ਇਹ ਵੀ ਮੰਗ ਹੋ ਰਹੀ ਹੈ ਕਿ ਕੀ ਭਗਵੰਤ ਮਾਨ ਜਿਹੜੇ ਪੁਰਾਣੇ ਮੰਤਰੀਆਂ ਦੇ ਮਾਮਲੇ ਵੀ ਖੋਲਣਗੇ। ਹਰਜੋਤ ਜੀ, ਕੈਪਟਨ ਅਮਰਿੰਦਰ ਨੇ ਬਿਆਨ ਦਿੱਤਾ ਸੀ ਵੀ ਕਈ MLA ਮੰਤਰੀ ਨੇ ਜਿਹੜੇ ਉਹ ਗਲਤ ਕੰਮਾਂ ਦੇ ਵਿੱਚ ਸ਼ਾਮਲ ਸੀ। ਕੀ ਭਗਵੰਤ ਮਾਨ ਨੇ ਉਹ ਰਿਪੋਰਟਾਂ ਬਣਾ ਲਈਆਂ? ਪਿਛਲੀ ਸਰਕਾਰ ਵੇਲੇ ਜਿਹੜੇ ਬੱਸਾਂ ਦਾ ਨਿਰਮਾਣ ਹੋਇਆ ਰਾਜਸਥਾਨ ਤੋਂ ਬੱਸਾਂ ਦੀਆਂ ਬਾਡੀਆਂ ਲੱਗੀਆਂ, ਟਰਾਂਸਪੋਰਟ ਮੰਤਰੀ ਦਾ ਬਿਆਨ ਆਇਆ ਸੀ, ਅਸੀਂ ਉਹਦੇ ਤੇ ਵੀ ਜਾਣਕਾਰੀ ਹਾਸਲ ਕਰ ਰਹੇ ਹਾਂ ਕਿ ਉਸ ਮਾਮਲੇ ਤੇ ਵੀ ਕੋਈ ਵੱਡਾ ਐਕਸ਼ਨ ਭਗਵੰਤ ਮਾਨ ਲੈਣਗੇ। ਪਿਛਲੀ ਸਰਕਾਰ 'ਚ ਮੰਡੀਆਂ ਦੇ ਟੈਂਡਰਾਂ ਦਾ ਬਹੁਤ ਰੌਲਾ ਪਿਆ, ਕਿ ਭਗਵੰਤ ਮਾਨ ਪਿਛਲੀ ਸਰਕਾਰ 'ਚ ਜਿਹੜੀਆਂ ਮੰਡੀਆਂ ਦੇ ਟੈਂਡਰ ਦਿੱਤੇ ਗਏ ਉਸ ਪਾਸੇ ਵੀ ਧਿਆਨ ਦੇਣਗੇ। ਰੇਤਾ, ਸ਼ਰਾਬ ਪਾਲਿਸੀ, ਇਹਨਾਂ ਸਾਰੇ ਮਾਮਲਿਆਂ ਤੇ ਵੀ ਕੀ ਭਗਵੰਤ ਮਾਨ ਆਉਂਦੇ ਦਿਨਾਂ ਦੇ ਵਿੱਚ ਕੁਝ ਖੁਲਾਸੇ ਕਰਨਗੇ? ਇਹ ਮੰਗ ਭਗਵੰਤ ਮਾਨ ਤੋਂ ਲਗਾਤਾਰ ਹੋ ਰਹੀ ਹੈ ਬਿਲਕੁਲ ਕਿ ਪਿਛਲੀ ਸਰਕਾਰ ਦੇ ਘੁਟਾਲੇਬਾਜ਼ਾਂ ਨੂੰ ਵੀ ਸਾਹਮਣੇ ਲੈ ਕੇ ਆਓ। ਔਰ ਅਗਰ ਭਗਵੰਤ ਮਾਨ ਅਜਿਹਾ ਕਰ ਦਿੰਦੇ ਨੇ, ਫਿਰ ਭਗਵੰਤ ਮਾਨ ਦੀ ਇਹਨੂੰ ਇੱਕ ਦਲੇਰੀ ਸਮਝਿਆ ਜਾਏਗਾ। ਬਿਲਕੁਲ
ਬਿਲਕੁਲ ਸਹੀ ਕਿਹਾ ਤੁਸੀਂ। ਸੋ ਹੁਣ ਨਜ਼ਰਾਂ ਕਈ ਮੁੱਦਿਆਂ ਦੇ ਉੱਪਰ ਰਹਿਣਗੀਆਂ ਕਿ ਕਿਉਂਕਿ ਪੰਜਾਬ ਦੇ ਕਈ ਮੁੱਦਿਆਂ ਦੇ ਉੱਪਰ ਘਪਲੇ ਹੋਣ ਦੀ ਜੋ ਅਸੀਂ ਹੁਣ ਤੱਕ ਖਬਰਾਂ ਸੁਣਦੇ ਵੀ ਆ ਰਹੇ ਹਾਂ ਤੇ ਉਸ ਦੇ ਉੱਪਰ ਇੱਕ ਜੋ ਐਕਸ਼ਨ ਲੈਣ ਦੀ ਜ਼ਰੂਰਤ ਲੱਗ ਰਹੀ ਹੈ ਹੁਣ ਤੱਕ। ਸੋ ਵਾਕਈ ਸਵਾਲ ਭਗਵੰਤ ਮਾਨ ਦੇ ਉੱਪਰ ਬਹੁਤ ਸਾਰੇ ਬਣਦੇ ਅੱਗੋਂ ਨਜ਼ਰ ਆ ਰਹੇ ਨੇ ਤੇ ਦੇਖਣਾ ਹੋਏਗਾ ਕਿ ਕਿਸ ਤਰੀਕੇ ਨਾਲ ਹਰ ਪਹਿਲੂ ਦੇ ਉੱਪਰ ਕਦਮ ਚੱਕਦੇ ਨੇ। ਰੁਕ ਕਰਦੇ ਹਾਂ ਅਗਰ ਅਗਲੀ ਖਬਰ ਵੱਲ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਦੀ ਸਿਹਤ ਨੂੰ ਲੈ ਕੇ ਉਹਨਾਂ ਦੇ ਜਿੰਨੇ ਵੀ ਸਮਰਥਕ ਨੇ ਵੱਖ-ਵੱਖ ਥਾਵਾਂ ਤੇ ਉਹਨਾਂ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਰਖਾਏ ਗਏ ਨੇ, ਉਹਨਾਂ ਦੀ ਚੰਗੀ ਸਿਹਤ ਲਈ ਅਰਦਾਸਾਂ ਵੀ ਕੀਤੀਆਂ ਜਾ ਰਹੀਆਂ ਨੇ। ਪਰ ਅਸੀਂ ਜਿਵੇਂ ਸਾਰੇ ਜਾਣਦੇ ਹਾਂ ਕਿ ਮੈਡੀਕਲ ਟੀਮ ਵੱਲੋਂ ਡਾਕਟਰਾਂ ਦੇ ਪੈਨਲ ਵੱਲੋਂ ਰਜਿੰਦਰਾ ਹਸਪਤਾਲ ਵਿੱਚ ਉਹਨਾਂ ਦੀ ਜਾਂਚ ਕੀਤੀ ਗਈ, ਸਿਹਤ ਉਹਨਾਂ ਦੀ ਦੇਖੀ ਗਈ ਕਿ ਉਹਨਾਂ ਦੀ ਸਿਹਤ ਦੇ ਅਕੋਰਡਿੰਗਲੀ ਕਿਸ ਤਰ੍ਹਾਂ ਦੀ ਡਾਈਟ ਉਹਨਾਂ ਨੂੰ ਦੇਣੀ ਚਾਹੀਦੀ ਹੈ। ਸੋ ਉਹ ਡਾਈਟ ਚਾਰਟ ਜਿਹੜਾ ਬਣ ਕੇ ਆ ਚੁੱਕਿਆ, ਜਿਸ ਦੇ ਵਿੱਚ ਸਲਾਦ ਦੀ ਗੱਲ ਕਰ ਲਈਏ, ਸੂਪ ਦੀ ਗੱਲ ਕਰ ਲਈਏ, ਖਾਸ ਤਰ੍ਹਾਂ ਦੇ ਖਾਣੇ ਦੀ ਗੱਲ ਕਰ ਲਈਏ, ਉਹ ਤਾਂ ਪਹਿਲਾਂ ਜਾਣਨਾ ਚਾਹਾਂਗੇ ਕਿ ਡਾਈਟ ਚਾਰਟ ਕੀ ਹੈ, ਕਿਸ ਤਰ੍ਹਾਂ ਦੀ ਸਿਹਤ ਇਸ਼ੂਜ਼ ਦੇ ਨਾਲ ਜੁੜਿਆ ਹੋਇਆ ਡਾਈਟ ਚਾਰਟ ਹੈ, ਔਰ ਦੂਸਰਾ ਕਿ ਕੀ ਜੇਲ੍ਹ ਪ੍ਰਸ਼ਾਸਨ ਇਸ ਤਰ੍ਹਾਂ ਦੇ ਡਾਈਟ ਚਾਰਟ ਨੂੰ ਫੋਲੋ ਕਰ ਸਕੇਗਾ, ਜੇਲ੍ਹ ਦੇ ਵਿੱਚ ਸਮਰੱਥ ਹੋਵੇਗਾ ਜੇਲ੍ਹ ਪ੍ਰਸ਼ਾਸਨ ਇਹ ਸਾਰੀ ਚੀਜ਼ਾਂ ਮੁਹੱਈਆ ਕਰਵਾਉਣ ਨੂੰ। ਦੇਖੋ, ਗੱਲ ਨਵਜੋਤ ਸਿੰਘ ਸਿੱਧੂ ਦੀ ਕਰਾਂਗੇ ਪਰ ਇਹ ਗੱਲ ਬਹੁਤ ਸਾਰੇ ਕੈਦੀਆਂ ਨਾਲ ਵੀ ਜੁੜੀ ਹੋਈ ਹੈ। ਬਿਲਕੁਲ ਸਾਡੀਆਂ ਜੇਲ੍ਹਾਂ ਦੇ ਵਿੱਚ ਜਿਸ ਤਰ੍ਹਾਂ ਦਾ ਭੋਜਨ ਦਿੱਤਾ ਜਾ ਰਿਹਾ ਹੈ ਜੀ, ਮੈਨੂੰ ਨਹੀਂ ਲੱਗਦਾ ਕਿ ਉਹ ਸਾਰੇ ਕੈਦੀਆਂ ਦੀਆਂ ਸਿਹਤ ਲਈ ਠੀਕ 100% ਠੀਕ ਹੋ ਸਕਦਾ। ਕਿਉਂਕਿ ਬਹੁਤ ਸਾਰੇ ਜਿਹੜੇ ਕੈਦੀ ਨੇ ਸਾਡੀਆਂ ਜੇਲ੍ਹਾਂ 'ਚ, ਕਈਆਂ ਦੀਆਂ ਉਮਰਾਂ ਸਿਆਣੀਆਂ ਨੇ, ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਉਹ ਕੰਮ ਕਰਦੇ ਨੇ। ਕਈ ਹਾਈਪਰਟੈਂਸ਼ਨ ਤੋਂ ਪੀੜਤ ਨੇ, ਕਈਆਂ ਨੂੰ BP ਦੀ ਪ੍ਰੋਬਲਮ ਹੈ, ਕੋਈ ਸ਼ੂਗਰ ਵਾਲੇ ਵੀ ਨੇ, ਸੋ ਕਈਆਂ ਨੂੰ ਹੋਰ ਫਿਜ਼ੀਕਲ ਡਿਸਐਬਿਲਿਟੀਜ਼ ਨੇ ਜਾਂ ਬਿਮਾਰੀਆਂ ਨੇ। ਸੋ ਇਹ ਮੈਨੂੰ ਇਹ ਲੱਗਦਾ ਕਿ ਇਹਨਾਂ ਪੂਰੇ ਹੁਣ ਵੇਲਾ ਆ ਗਿਆ ਕਿ ਹੁਣ ਇਸ ਪੂਰੇ ਮਾਮਲੇ ਨੂੰ ਮਨੁੱਖੀ ਅਧਿਕਾਰਾਂ ਦੇ ਨਾਲ ਜੋੜ ਕੇ ਦੇਖਿਆ ਜਾਵੇ ਤੇ ਆਉਂਦੇ ਦਿਨਾਂ 'ਚ ਹਰਜੋਤ ਜੀ ਮੈਂ ਵੀ ਕੋਸ਼ਿਸ਼ ਕਰੂੰਗਾ ਕਿ ਅਸੀਂ ਇਹਦੇ ਤੇ ਜਿਹੜੇ ਮੰਨੇ ਪ੍ਰਮੰਨੇ ਵਕੀਲ ਨੇ ਸਾਡੇ, ਉਹਨਾਂ ਨਾਲ ਸਲਾਹ ਮਸ਼ਵਰਾ ਕਰੀਏ, ਜੇਲ੍ਹ ਮਹਿਕਮੇ ਦੇ ਨਾਲ ਵੀ ਰਾਬਤਾ ਬਣਾਈਏ ਤਾਂ ਕਿ ਅਸੀਂ ਉਸ ਨਤੀਜੇ ਤੇ ਪਹੁੰਚੀਏ ਵੀ ਜਿਹੜੇ ਸਾਡੇ ਜੇਲ੍ਹਾਂ 'ਚ ਬੰਦੀ ਨੇ, ਹਵਾਲਾਤੀ ਨੇ, ਕੈਦੀ ਨੇ, ਕੀ ਅਸੀਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਆਦਰਸ਼ ਭੋਜਨ ਉਪਲਬਧ ਕਰਾ ਪਾ ਰਹੇ ਹਾਂ। ਇਹ ਵੀ ਬੜਾ ਜ਼ਰੂਰੀ ਹੈ ਕਿਉਂਕਿ ਭੋਜਨ ਵੀ ਮੈਨੂੰ ਲੱਗਦਾ ਬੁਨਿਆਦੀ ਜ਼ਰੂਰਤ ਹੈ ਕਿਸੇ ਵੀ ਮਨੁੱਖ ਦੀ। ਸੋ ਕਹਿੰਦੇ ਨੇ ਨਾ ਜੀ, ਰੋਟੀ ਕੱਪੜਾ ਔਰ ਮਕਾਨ, ਹਮੇਸ਼ਾ ਅਸੀਂ ਕਿਤਾਬਾਂ 'ਚ ਪੜ੍ਹਦੇ ਹੁੰਦੇ ਸੀ, ਰੋਟੀ ਕੱਪੜਾ ਤੇ ਮਕਾਨ। ਸੋ ਰੋਟੀ ਹੱਕ ਹੈ ਹਰ ਵਿਅਕਤੀ ਦਾ, ਭਾਵੇਂ ਉਹ ਜੇਲ੍ਹ ਦੇ ਵਿੱਚ ਹੈ, ਭਾਵੇਂ ਉਹ ਹੋਸਟਲ ਦੇ ਵਿੱਚ ਹੈ, ਸੋ ਹੱਕ ਹੈ। ਹੁਣ ਸਵਾਲ ਇਹ ਆ ਗਿਆ ਕਿ ਜਿਹੜੀ ਰੋਟੀ ਮਿਲਦੀ ਹੈ, ਜਿਹੜੇ ਹਸਪਤਾਲਾਂ 'ਚ ਫਿਜ਼ੀਕਲੀ ਅਨਫਿਟ ਨੇ, ਕੀ ਉਹ ਸੱਚਮੁੱਚ ਉਹਨਾਂ ਨੂੰ ਮਿਲਦੀ ਹੈ? ਹੁਣ ਨਵਜੋਤ ਸਿੰਘ ਸਿੱਧੂ ਇੱਕ ਵੱਡੇ ਸੈਲੀਬ੍ਰਿਟੀ ਨੇ। ਨਵਜੋਤ ਸਿੰਘ ਸਿੱਧੂ ਕਈ ਵਾਰ ਦੇ ਰਾਜ ਸਭਾ ਮੈਂਬਰ ਨੇ, MLA ਮੰਤਰੀ ਰਹੇ ਨੇ, ਤੇ ਨਵਜੋਤ ਸਿੰਘ ਸਿੱਧੂ ਦੀ ਗੱਲ ਮੀਡੀਆ ਵੀ ਚੱਕਦਾ। ਨਵਜੋਤ ਸਿੰਘ ਸਿੱਧੂ ਅਗਰ ਜੇਲ੍ਹ ਚੋਂ ਬਾਹਰ ਨਿਕਲਣ ਦੀ ਵੀ ਗੱਲ ਪਤਾ ਲੱਗ ਜੇ ਵੀ ਨਵਜੋਤ ਸਿੰਘ ਸਿੱਧੂ ਨੂੰ ਪਟਿਆਲੇ ਜੇਲ੍ਹ ਤੋਂ ਸਿਵਲ ਹਸਪਤਾਲ ਲਿਆਂਦਾ ਜਾ ਰਿਹਾ ਹੈ ਤੇ ਚੰਡੀਗੜ੍ਹ ਦਾ ਮੀਡੀਆ ਵੀ ਕਈ ਆਪਣੀਆਂ ਗੱਡੀਆਂ ਲੈ ਕੇ, ਕਈ ਕਿਰਾਏ ਦੀਆਂ ਗੱਡੀਆਂ ਕਰਕੇ ਪਟਿਆਲੇ ਹਸਪਤਾਲ ਪਹੁੰਚ ਜਾਂਦਾ ਹੈ ਵੀ ਇੱਥੇ ਨਵਜੋਤ ਸਿੰਘ ਸਿੱਧੂ ਦਾ ਮੈਡੀਕਲ ਚੈੱਕਅਪ ਹੋਣਾ। ਕਿਉਂ? ਕਿਉਂਕਿ ਉਹ ਸੈਲੀਬ੍ਰਿਟੀ ਹੈ। ਬਾਕੀ ਲੋਕ, ਸਾਡੇ ਵਰਗੇ ਸਧਾਰਨ ਲੋਕ ਨੇ ਬਹੁਤ ਸਾਰੇ ਜਿਹੜੇ ਜੇਲ੍ਹਾਂ ਦੇ ਵਿੱਚ ਨੇ, ਅਗਰ ਉਹਨਾਂ ਦਾ ਹਸਪਤਾਲ 'ਚ ਆ ਕੇ ਮੈਡੀਕਲ ਵੀ ਹੁੰਦਾ ਤੇ ਮੀਡੀਆ ਨੇ ਉਸ ਪਾਸੇ ਉਸ ਤਰੀਕੇ ਨਾਲ ਧਿਆਨ ਨਹੀਂ ਦੇਣਾ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਦੇ ਜ਼ਰੀਏ ਇਹ ਇੱਕ ਵੱਡੀ ਗੱਲ ਹੈ ਜਿਹਦੇ ਤੇ ਕੰਮ ਕਰਨ ਦੀ ਜ਼ਰੂਰਤ ਹੈ ਵੀ ਕੀ ਜੇਲ੍ਹਾਂ ਦੇ ਵਿੱਚ ਜਿਹੜੇ ਸਾਡੇ ਕੈਦੀ ਨੇ, ਸਾਡੀਆਂ ਬਜ਼ੁਰਗ ਮਾਤਾਵਾਂ, ਭੈਣਾਂ, ਭਰਾ, ਜਿਹੜੇ ਵੀ ਸਾਡੇ ਬੰਦੀ ਨੇ, ਕਿਸੇ ਵੀ ਕਾਰਨ ਉਹ ਜੇਲ੍ਹਾਂ ਦੇ ਵਿੱਚ ਨੇ, ਕਿ ਉਹਨਾਂ ਨੂੰ ਵੀ ਉਹ ਖਾਣਾ ਮਿਲ ਰਿਹਾ ਜਿਹੜਾ ਉਹਨਾਂ ਨੂੰ ਮਿਲਣਾ ਚਾਹੀਦਾ। ਇੱਕ ਵੱਡਾ ਸਵਾਲ ਹੈ ਜਿਹਦੇ ਤੇ ਕੰਮ ਹੋਣਾ ਚਾਹੀਦਾ, ਔਰ ਆਪਾਂ ਇਸ ਗੱਲ ਨੂੰ ਅੱਗੇ ਵਧਾਵਾਂਗੇ। ਸਿਰਫ ਇਸ ਕਰਕੇ ਨਹੀਂ ਵੀ ਇਹ ਨਵਜੋਤ ਸਿੰਘ ਸਿੱਧੂ ਨਾਲ ਜੁੜਿਆ ਮਾਮਲਾ ਹੈ, ਨਵਜੋਤ ਸਿੰਘ ਦਾ ਮਸਲਾ ਹੱਲ ਹੋ ਜਾਣਾ। ਉਹ ਕਿਉਂ? ਕਿਉਂਕਿ ਉਹ ਮੀਡੀਆ ਦੇ ਵਿੱਚ ਹਾਈਲਾਈਟ ਹੋ ਜਾਣਾ ਨਵਜੋਤ ਸਿੰਘ ਸਿੱਧੂ ਦਾ ਮਸਲਾ। ਹੁਣ ਸਵਾਲ ਇਹ ਵੀ ਹੈ, ਜਿਹੜੀ ਨਵਜੋਤ ਸਿੰਘ ਸਿੱਧੂ ਬਾਰੇ ਵੀ ਡਾਈਟ ਲਿਖੀ ਗਈ ਹੈ, ਮੈਨੂੰ ਇਹ ਲੱਗਦਾ ਵੀ ਨਵਜੋਤ ਸਿੰਘ ਸਿੱਧੂ ਨੂੰ ਮਰੀਜ਼ ਮੰਨ ਕੇ ਲਿਖੀ ਗਈ ਹੈ ਤੇ ਜੇਲ੍ਹਾਂ 'ਚ ਮਰੀਜ਼ ਹੋਰ ਬਹੁਤ ਹੋਣਗੇ। ਹੁਣ ਕੀ ਲਿਖਿਆ ਗਿਆ? ਹੁਣ ਇਹ ਕਹਿੰਦੇ ਵੀ ਜਦੋਂ ਇਹ ਮੀਡੀਆ ਦੇ ਵਿੱਚ ਸਾਰੀਆਂ ਰਿਪੋਰਟਾਂ ਛਪੀਆਂ ਨਵਜੋਤ ਸਿੰਘ ਸਿੱਧੂ ਬਾਰੇ, ਇਹ ਮੈਨੂੰ ਅਦਾਲਤ ਤੋਂ ਹਾਸਲ ਨਹੀਂ ਹੋਈ, ਮੈਂ ਇਹ ਸਪਸ਼ਟ ਕਰਦਾ ਕਿ ਮੀਡੀਆ ਦੇ ਵਿੱਚ ਹੀ ਸਾਰੀਆਂ ਜਿਹੜੀ ਇਹ ਕਾਪੀਆਂ ਨੇ, ਇਹ ਮੀਡੀਆ ਦੇ ਵਿੱਚ ਛਪੀਆਂ ਹੋਈਆਂ ਨੇ, ਜਿਨ੍ਹਾਂ ਨੂੰ ਮੈਂ ਚੰਗੀ ਤਰ੍ਹਾਂ ਪੜ੍ਹਿਆ ਹਰਜੋਤ ਜੀ, ਜਿਹਦੇ 'ਚ ਪੁਆਇੰਟ ਟੂ ਪੁਆਇੰਟ ਲਿਖਿਆ ਹੋਇਆ। ਸੋ ਹੁਣ ਇਹ ਕਹਿੰਦੇ ਇਹ ਰਜਿੰਦਰਾ ਹਸਪਤਾਲ ਤੋਂ ਜਿਹੜਾ ਡਾਈਟ ਚਾਰਟ ਦਿੱਤਾ ਗਿਆ ਵੀ ਖਾਣ ਪੀਣ ਨਵਜੋਤ ਸਿੰਘ ਸਿੱਧੂ ਦਾ ਕੀ ਹੋਵੇ। ਹੁਣ ਉਹ ਕਹਿੰਦੇ ਅਰਲੀ ਮਾਰਨਿੰਗ ਮਤਲਬ ਜਿਵੇਂ ਨਵਜੋਤ ਸਿੰਘ ਸਿੱਧੂ 5, 5:30, 4, 4:30 ਵਜੇ ਉੱਠਣ ਵਾਲੇ ਵਿਅਕਤੀ ਨੇ,
ਕਹਿੰਦੇ ਰੋਜ਼ਮੈਰੀ ਟੀ 1 ਕੱਪ। ਹੁਣ ਇਹ ਮੈਨੂੰ ਲੱਗਦਾ ਇਹ ਜਿਵੇਂ ਅਸੀਂ ਅੱਜ ਕੱਲ੍ਹ ਆਮ ਤੌਰ ਤੇ ਕਹਿ ਦਿੰਦੇ ਹਾਂ ਹਰਬਲ ਟੀ ਜਾਂ ਬਲੈਕ ਟੀ, ਇਹ ਸ਼ਾਇਦ ਉਸ ਤਰ੍ਹਾਂ ਦੀ ਹੁੰਦੀ ਹੋਣੀ, ਮੈਂ ਕਦੀ ਪੀਤੀ ਨਹੀਂ। ਰੋਜ਼ਮੈਰੀ ਟੀ 1 ਕੱਪ ਹੀ ਲਿਖਿਆ। ਹੁਣ ਇੰਨੀ ਸਵਖਤੇ ਇਹ ਕਿਵੇਂ ਮਿਲੂਗੀ ਨਵਜੋਤ ਸਿੰਘ ਸਿੱਧੂ ਨੂੰ, ਇਹ ਸਵਾਲ ਹੈ। ਨੰਬਰ 2 ਕਹਿੰਦੇ ਜੀ ਵਾਈਟ ਪੇਠੇ ਦਾ ਜੂਸ ਅੱਧਾ ਗਲਾਸ। ਵਾਈਟ ਪੇਠਾ ਜੂਸ, ਦੇਖੋ ਮੈਂ ਲੌਕੀ ਦਾ ਜੂਸ ਤਾਂ ਸਵੇਰੇ ਮੈਂ ਪੀ ਲੈਣਾ ਹੁੰਦਾ ਕਈ ਵਾਰੀ, ਹਫਤੇ 'ਚ 2-3 ਦਿਨ ਜਦੋਂ ਦਾਜਾ ਲੱਗੇ, ਰੋਜ਼ ਰੋਜ਼ ਪੀਤਾ ਨਹੀਂ ਜਾਂਦਾ। ਹੁਣ ਵਾਈਟ ਪੇਠੇ ਦਾ ਜੂਸ ਮੈਂ ਵੀ ਨਹੀਂ ਸੱਚੀ ਦੱਸਾਂ ਕਦੀ ਪੀਤਾ। ਹੁਣ ਇਹ ਰਿਕਮੈਂਡ ਕੀਤਾ ਜਾਂ ਕੋਕੋਨਟ ਵਾਟਰ 1 ਗਲਾਸ, ਜਾਂ ਫਿਰ ਆਪਾਂ ਜਿਹੜਾ ਕੀ ਕਹਿੰਦੇ ਹੁੰਦੇ ਨੇ ਇਹਨੂੰ, ਕੋਕੋਨਟ ਵਾਟਰ, ਨਾਰੀਅਲ ਪਾਣੀ। ਨਾਰੀਅਲ ਪਾਣੀ ਵੀ ਅਸੀਂ ਦਾ ਲੱਗਦਾ ਕਦੀ ਪੀ ਲੈਂਦੇ ਹਾਂ, ਗਰਮੀ ਬਹੁਤ ਜ਼ਿਆਦਾ ਹੁੰਦੀ ਹੈ। ਪਰ ਕਹਿੰਦੇ ਜਾਂ 1 ਕੱਪ ਰੋਜ਼ਮੈਰੀ ਟੀ, ਅੱਧਾ ਗਲਾਸ ਵਾਈਟ ਪੇਠੇ ਦਾ ਜੂਸ, ਜਾਂ ਨਾਰੀਅਲ ਪਾਣੀ ਸਵੇਰੇ। ਬੜਾ ਮਹਿੰਗਾ ਹੁੰਦਾ ਜਿਹੜਾ ਨਾਰੀਅਲ ਪਾਣੀ ਹੈ। ਹੁਣ ਉਹ ਨਾਰੀਅਲ ਪਾਣੀ ਵੀ ਅੱਜ ਕੱਲ੍ਹ ਦਾ ਰੇਟ 50-60 ਰੁਪਏ ਦਾ ਮਿਲਦਾ। ਮੈਂ ਚੰਡੀਗੜ੍ਹ ਜਾਂ ਜਲੰਧਰ ਜਾਂ ਲੁਧਿਆਣੇ ਜਦੋਂ ਹੁੰਦਾ ਦੇਖਦਾ। ਹੁਣ ਇਹ ਅਰਲੀ ਮਾਰਨਿੰਗ ਦਾ। ਹੁਣ ਉਸ ਤੋਂ ਬਾਅਦ ਗੱਲ ਆ ਜਾਂਦੀ ਆ ਬ੍ਰੇਕਫਾਸਟ। ਬ੍ਰੇਕਫਾਸਟ ਦੇ ਵਿੱਚ ਲੈਕਟੋਸ ਫ੍ਰੀ ਮਿਲਕ ਉਹਨਾਂ ਨੇ ਲਿਖਿਆ 1 ਕੱਪ। ਤੇ ਫਿਰ ਸੀਡਸ, ਬੀਜ ਖਾਣੇ ਆ ਉਹਨਾਂ ਨੇ, ਬੀਜ। ਕਿਉਂਕਿ ਮੈਂ ਕਹਿੰਦਾ ਜਿਹੜੀ ਇਹ ਡਾਈਟ ਹੈ ਇੱਕ ਮਰੀਜ਼ ਮੰਨ ਕੇ ਲਿਖੀ ਗਈ ਹੈ। ਸੀਡ ਕਿਹੜੇ? ਫਲੈਕਸ ਸੀਡਸ ਨੇ, ਸਨਫਲਾਵਰ ਸੀਡਸ ਨੇ, ਮੈਲਨ ਸੀਡਸ ਨੇ, ਤਰਬੂਜੇ ਦੇ ਬੀਜ, ਤੇ ਸ਼ੀਆ ਸੀਡਸ ਨੇ। 1 ਟੇਬਲ ਸਪੂਨ, 1 ਚਮਚਾ ਉਹਨਾਂ ਨੇ ਬੀਜ ਖਾਣੇ ਨੇ। ਹੁਣ ਦੇਖੋ ਇਹ ਤਾਂ ਇਹ ਹੋ ਸਕਦਾ ਕਿ ਜੇਲ੍ਹ ਦੇ ਵਿੱਚ ਉਹਨਾਂ ਨੂੰ ਇਹ ਸਾਰੇ ਬੀਜਾਂ ਦਾ 1-1 ਪੈਕਟ ਉਪਲਬਧ ਕਰਾ ਦੇ ਜੇਲ੍ਹ, ਉਹ ਆਪਣੀ ਬੈਰਕ 'ਚ ਪੈਕਟ ਰੱਖ ਲੈਣ ਤੇ ਸਾਰਿਆਂ ਦਾ ਜ਼ਰੂਰਤ ਮੁਤਾਬਕ ਚਮਚਾ 1-1 ਖਾ ਲੈਣ। ਫਿਰ 5 ਤੋਂ 6 ਬਦਾਮ, ਕੀ ਉਹਨਾਂ ਨੂੰ ਜੇਲ੍ਹ 'ਚ ਬਦਾਮ ਦਿੱਤੇ ਜਾਣਗੇ ਵੀ ਰਾਤ ਨੂੰ ਭਿਉਂ ਲਓ ਤੇ ਸਵੇਰੇ ਖਾ ਲਓ, ਕਿਉਂਕਿ ਇਹ ਤਾਂ ਅਸੀਂ ਵੀ ਖਾ ਲੈਂਦੇ ਹਾਂ ਘਰਾਂ 'ਚ ਬਹੁਤੇ ਪੰਜਾਬੀ। 1 ਉਹਨਾਂ ਨੂੰ ਵਾਲਨਟ 1 ਤੇ ਪੀਕਨ ਨਟ 2। ਸੋ ਇਹ ਉਹਨਾਂ ਨੂੰ, ਵਾਲਨਟ ਤਾਂ ਮੈਨੂੰ ਲੱਗਦਾ ਅਖਰੋਟ ਹੁੰਦਾ, ਸੋ 1 ਤੋੜ ਕੇ, ਸੋ ਉਹ ਆਪਣੀ ਸੁਵਿਧਾ ਮੁਤਾਬਕ ਕਈ ਲੋਕ ਭਿਉਂ ਕੇ ਖਾਂਦੇ ਨੇ। ਫਿਰ ਇਹ ਉਸ ਤੋਂ ਬਾਅਦ ਫਿਰ ਗੱਲ ਆ ਜਾਂਦੀ ਮਿਡ ਮਾਰਨਿੰਗ, ਮਤਲਬ ਸ਼ੁਰੂਆਤੀ ਸਵੇਰ। ਸੋ ਉਹਦੇ ਵਿੱਚ ਵੀ ਫਿਰ ਬੜਾ ਕੁਝ ਲਿਖਿਆ। ਜੇ ਮੈਂ ਪੜ੍ਹਨ ਲੱਗ ਗਿਆ ਤੇ ਹਰਜੋਤ ਜੀ ਇਹ ਬਹੁਤ ਲੰਬਾ ਹੋਊਗਾ, ਮੈਂ ਮੋਟਾ ਦੱਸ ਦਿੰਦਾ। ਇਹਦੇ ਵਿੱਚ ਵੀ ਉਹਨਾਂ ਨੂੰ ਜੂਸ ਲਿਖੇ ਹੋਏ ਨੇ ਮਿਡ ਮਾਰਨਿੰਗ ਦੇ ਵਿੱਚ। ਐਲੋਵੀਰਾ ਜੂਸ, ਗਾਜਰ ਦਾ ਜੂਸ, ਆਮਲਾ, ਪੱਤੇ ਕਈ ਤਰ੍ਹਾਂ ਦੇ, ਤੁਲਸੀ ਤੇ ਮਿੰਟ ਲੀਵਸ, ਤੁਲਸੀ ਤੇ ਮਿੰਟ ਦੇ ਪੱਤੇ। ਸੋ ਇਸ ਤਰੀਕੇ ਦੇ, ਔਰ ਵਾਟਰਮੈਲਨ, ਸਟ੍ਰਾਬੇਰੀ, ਗੁਆਵਾ, ਇਹਦਾ ਜੂਸ ਜਾਂ ਐਨੀ ਫਰੂਟ, ਇਸ ਤਰੀਕੇ ਦਾ। ਸੋ ਇਹ ਮਤਲਬ ਇਹ ਲੰਮਾ ਚੌੜਾ ਡਾਈਟ ਹੈ ਜਿਹੜੀ ਇਹ ਲਿਖ ਕੇ ਦਿੱਤੀ ਗਈ ਹੈ। ਮਿਡ ਮਾਰਨਿੰਗ ਤੋਂ ਬਾਅਦ, ਬ੍ਰੇਕਫਾਸਟ ਤੋਂ ਬਾਅਦ ਫਿਰ ਆ ਜਾਂਦਾ ਲੰਚ। ਸੋ ਲੰਚ ਵੀ ਉਹਨਾਂ ਦਾ ਕਾਫੀ ਚੀਜ਼ਾਂ ਨੇ ਇਹਦੇ ਵਿੱਚ। ਘੀਏ ਦਾ ਰਾਇਤਾ 1 ਕਟੋਰੀ, ਔਰ ਚੁਕੰਦਰ ਜਾਂ ਘੀਏ ਦਾ ਰਾਇਤਾ ਹੈ। ਫਿਰ ਇਹਦੇ ਵਿੱਚ ਗ੍ਰੀਨ ਵੈਜੀਟੇਬਲਸ 1 ਕਟੋਰੀ ਨੇ। 1 ਚਪਾਤੀ ਹੈ। ਰੋਟੀ ਸਿਰਫ ਇੱਕੋ ਹੀ ਲਿਖੀ ਹੈ ਉਹਨਾਂ ਨੂੰ, ਔਰ ਉਹਦਾ ਸਾਈਜ਼ ਵੀ ਹੋਣਾ ਚਾਹੀਦਾ 30 ਗ੍ਰਾਮ ਦਾ। 30 ਗ੍ਰਾਮ। ਜੇਲ੍ਹ ਦੇ ਵਿੱਚ ਜਿਹੜੀਆਂ ਰੋਟੀਆਂ ਹੁੰਦੀਆਂ, ਇਹ ਕਾਨੂੰਨ ਹੈ। ਜੇਲ੍ਹ ਦੇ ਵਿੱਚ ਜਿਹੜੀਆਂ ਰੋਟੀਆਂ ਹੁੰਦੀਆਂ ਨਾ ਜੀ ਹਰਜੋਤ ਜੀ, ਕਈ ਵਾਰੀ ਜਦੋਂ ਇੰਸਪੈਕਸ਼ਨ ਹੁੰਦੀ ਹੈ ਜੇਲ੍ਹਾਂ ਦੇ ਵਿੱਚ, ਤੇ ਜੇਲ੍ਹ ਦੀ ਰੋਟੀ ਦਾ ਭਾਰ ਵੀ ਤੋਲਦੇ ਆ ਉਹ, ਵੀ ਕਿਤੇ ਕੈਦੀਆਂ ਨੂੰ ਹਲਕੀ ਰੋਟੀ ਤਾਂ ਨਹੀਂ ਦਿੱਤੀ ਜਾ ਰਹੀ। ਮਤਲਬ ਰੂਲਸ ਬਹੁਤ ਬਣੇ ਹੋਏ ਨੇ, ਔਰ ਬੜੇ ਸਟ੍ਰਿਕਟ ਰੂਲਸ ਨੇ। ਫਿਰ ਉਹਨਾਂ ਨੂੰ ਸਿੰਗਾੜੇ ਦਾ ਆਟਾ ਵੀ ਦਿੱਤਾ ਜਾ ਸਕਦਾ ਜੀ, ਤੇ ਰਾਗੀ ਫਲੋਰ, ਕਈ ਤਰ੍ਹਾਂ ਦੇ ਆਟੇ ਉਹਨਾਂ ਨੇ ਲਿਖੇ ਨੇ। ਮੈਨੂੰ ਲੱਗਦਾ ਜਵਾਰ ਬਾਜਰਾ ਵਗੈਰਾ ਵੀ ਲਿਖਿਆ, ਇਸ ਤਰੀਕੇ ਦੀਆਂ ਗੱਲਾਂ ਆ ਰਹੀਆਂ ਨੇ। ਸੋ ਫਿਰ ਸ਼ਾਮ ਦੀ ਚਾਹ ਦੇ ਵਿੱਚ ਟੀ ਵਿਦ ਲੋ ਫੈਟ ਮਿਲਕ, ਘੱਟ ਫੈਟ ਵਾਲਾ 1 ਕੱਪ ਦੀ ਚਾਹ, ਤੇ ਪਨੀਰ ਦੇ ਸਲਾਈਸ 25 ਗ੍ਰਾਮ ਪਨੀਰ ਦੇ ਟੁਕੜੇ। ਸੋ ਇਹ ਈਵਨਿੰਗ ਚਾਹ ਦੀ ਹੈ। ਤੇ ਡਿਨਰ ਦੇ ਵਿੱਚ ਉਹਨਾਂ ਨੂੰ ਮਿਕਸ ਵੈਜੀਟੇਬਲ, ਦਾਲ ਸੂਪ, ਬਲੈਕ ਚਨਾ ਸੂਪ, ਮਤਲਬ ਇਹਨਾਂ 'ਚ ਕੋਈ ਵੀ ਚੀਜ਼, ਜਿੰਨੀਆਂ ਮੈਂ ਚੀਜ਼ਾਂ ਬੋਲੀਆਂ ਨੇ ਉਹਨਾਂ ਦੇ ਵਿੱਚੋਂ 1 ਨਹੀਂ ਤਾਂ ਦੂਸਰੀ ਨਹੀਂ ਤਾਂ ਤੀਸਰੀ, ਇਸ ਤਰੀਕੇ ਨਾਲ ਮਿਕਸ ਵੈਜੀਟੇਬਲ ਜਾਂ ਦਾਲ ਸੂਪ, ਬਲੈਕ ਚਨਾ ਸੂਪ 1 ਬਾਉਲ, ਤੇ ਸੌਟਡ ਗ੍ਰੀਨ ਵੈਜੀਟੇਬਲਸ। ਅੱਜ ਕੱਲ੍ਹ ਸੌਟੇ ਵੈਜੀਟੇਬਲ ਦਾ ਟ੍ਰੈਂਡ ਚੱਲਦਾ, ਉਹ ਭੁੰਨ ਲੈਂਦੇ ਮੈਨੂੰ ਲੱਗਦਾ ਬਿਨਾਂ ਘਿਓ ਪਾਏ। ਕੈਰਟ, ਬੀਨਸ, ਬਰੋਸਲੀ, ਮਸ਼ਰੂਮ, ਬੈਲ ਪੇਪਰ ਐਂਡ ਬਲੈਕ ਪੇਪਰ। ਅਸੀਂ ਦੇਖੋ
ਅਸੀਂ ਪਿੰਡਾਂ ਪੁੰਡਾਂ 'ਚ ਜੰਮੇ ਆ ਜੀ, ਤੇ ਕਈ ਜੀ ਵਾਰੀ ਸ਼ਹਿਰ ਜਦੋਂ ਦਾ ਲੱਗਦਾ ਹਰਜੋਤ ਜੀ ਇਹੋ ਜਿਹਾ ਸਮਾਨ ਖਾ ਲਈਦਾ ਕਿਤੇ ਵਿਆਹ ਸ਼ਾਦੀ 'ਚ ਜਾਂ ਕਿਤੇ ਕੋਈ ਹੋਟਲ ਜਾਈਏ ਕਿਸੇ ਜੀ ਪ੍ਰੋਗਰਾਮ 'ਚ, ਬਹੁਤੀਆਂ ਚੀਜ਼ਾਂ ਦਾ ਨਾਂ ਨਹੀਂ ਪਤਾ ਹੁੰਦਾ ਤੇ ਜੀ ਉਹ ਜਦੋਂ ਖਾ ਲਈਦਾ ਫਿਰ ਉਹ ਸਵਾਦ ਲੱਗਦੀ ਹੈ। ਫਿਰ ਜਦੋਂ ਅਗਲੇ ਕਿਸੇ ਪ੍ਰੋਗਰਾਮ 'ਚ ਜਾਈਏ ਤੇ ਫਿਰ ਉਹ ਹੂੰ ਇਸ਼ਾਰਿਆਂ ਦੇ ਨਾਲ ਹੀ ਪੁੱਛਦੇ ਰਹੀਦਾ ਵੀ ਭਾਈ ਉਹ ਚੀਜ਼ ਲਿਆ ਵੀ ਉਹ ਬੜੀ ਸਵਾਦ ਸੀ, ਤੇ ਉਹ ਨਾਂ ਸਾਨੂੰ ਵੀ ਨਹੀਂ ਪਤਾ ਹੁੰਦਾ ਵੀ ਉਹਦਾ ਨਾਂ ਕੀ ਆ। ਫਿਰ ਅਸੀਂ ਉਹਦਾ ਰੰਗ ਜਿਹਾ ਦੱਸ ਦਿੰਦੇ ਆ ਵੀ ਭਾਈ ਵਿੱਚ ਆਲੂ ਉਲੂ ਜੇ ਭਰੇ ਹੋਏ ਸੀ, ਹਨਾ, ਸਧਾਰਨ ਆਪਾਂ ਜੀ ਸਾਰੇ ਲੋਕ। ਤੇ ਜੀ ਫਿਰ ਰਾਤ ਨੂੰ ਬੈੱਡ ਟਾਈਮ ਤੇ ਇਹ ਪਤਾ ਨਹੀਂ ਕਿਹੜੀ ਚਾਹ ਲਿਖੀ ਹੈ, ਅੰਗਰੇਜ਼ੀ 'ਚ ਨਾਮ ਔਖਾ ਜਿਹਾ ਲਿਖਿਆ, ਕੈਮੋਮਾਈਲ ਮੈਨੂੰ ਲੱਗਦਾ ਕੁਝ ਇਸ ਤਰ੍ਹਾਂ ਦਾ ਲਿਖਿਆ, ਜੀ ਇੱਕ ਜੀ ਕੱਪ। ਜੀ ਤੇ ਫਿਰ ਸਾਈਲੀਅਮ ਹਸਕ, ਇਹ ਔਖੇ ਜਿਹੇ ਅੰਗਰੇਜ਼ੀ ਵਾਲੇ, ਅਸੀਂ ਪਿੰਡਾਂ ਵਾਲੇ ਅੰਗਰੇਜ਼ੀ ਵੀ ਦੇਸੀ ਜੀ ਪੜ੍ਹਦੇ ਹਾਂ, ਤੇ ਇਹ ਕਹਿੰਦੇ 1 ਟੇਬਲ ਸਪੂਨ ਵਿਦ ਹਾਫ ਗਲਾਸ ਵਾਰਮ ਵਾਟਰ। ਮੈਂ ਦੇਸੀ ਸ਼ਬਦਾਂ 'ਚ ਕਹਾਂ, ਮੈਨੂੰ ਲੱਗਦਾ ਇਸਬਗੋਲ ਹੀ ਲਿਖਿਆ ਹੋਣਾ ਵੀ ਅੱਧਾ ਚਮਚਾ ਇਸਬਗੋਲ ਦਾ ਗਰਮ ਪਾਣੀ ਦੇ ਨਾਲ। ਤੇ ਜੀ ਜੀ ਫਿਰ ਕਹਿੰਦੇ ਦਿਨ 'ਚ 10-12 ਗਲਾਸ ਪਾਣੀ ਦੇ ਪੀਣੇ ਨੇ ਨਵਜੋਤ ਸਿੰਘ ਸਿੱਧੂ ਉਹਨਾਂ ਨੇ। ਪ੍ਰੋਸੈਸਡ ਫੂਡ ਨਹੀਂ ਖਾਣਾ ਤੇ ਸੈਚੂਰੇਟਡ ਫੈਟਸ, ਕਾਰਬੋਹਾਈਡਰੇਟਸ ਇਹਨਾਂ ਤੋਂ ਦੂਰ ਰਹਿਣਾ ਹੈ। ਦੇਸੀ ਘਿਓ ਨਹੀਂ ਖਾਣਾ, ਬਟਰ ਨਹੀਂ ਖਾਣਾ, ਸਬਜ਼ੀਆਂ 'ਚ ਵੀ ਨਹੀਂ, ਤੇ ਚਿੱਟਾ ਬਟਰ ਵੀ ਨਹੀਂ। ਬਟਰ ਇੱਕ ਤਾਂ ਪੀਲਾ ਅੱਜਕੱਲ ਜਿਹੜਾ ਆਉਂਦਾ ਦੁਕਾਨਾਂ ਤੋਂ ਮਿਲਦਾ। ਤੇ ਫਿਰ ਕਹਿੰਦੇ ਯੂਜ਼ ਓਲਿਵ ਆਇਲ। ਹੁਣ ਓਲਿਵ ਆਇਲ ਤਾਂ ਮਹਿੰਗਾ ਹੀ ਬੜਾ ਹੁੰਦਾ ਜੀ, ਮੈਂ ਇੱਕ ਵਾਰੀ ਬੋਤਲ ਪੁੱਛੀ ਲੀਟਰ ਵਾਲੀ, ਕਹਿੰਦੇ 1000 ਰੁਪਏ ਤੋਂ ਉੱਤੇ ਆਉਂਦੀ ਹੈ। ਸੋ ਓਲਿਵ ਆਇਲ, ਰਾਈਸ ਬ੍ਰਾਨ ਆਇਲ, ਮਸਟਰਡ ਆਇਲ और कोल्ड प्रोसेस्ड मस्टर्ड और कोल्ड प्रेस्ड सनफ्लावर ऑयल। ਇਹ ਮਤਲਬ ਬੜੇ ਔਖੇ ਜਿਹੇ ਨਾਮ ਨੇ ਸਾਰੇ, ਪਰ ਇਹ ਸ਼ਾਇਦ ਜਿਹੜੇ ਪਰਿਵਾਰਾਂ 'ਚ ਸਾਡੀਆਂ ਮਾਤਾਵਾਂ ਭੈਣਾਂ ਬੀਬੀਆਂ ਨੂੰ ਪਤਾ ਹੋਣਾ, ਕਿਉਂਕਿ ਉਹਨਾਂ ਦਾ ਵਿਸ਼ਾ ਬੱਤੇ ਜਾਂਦੇ ਨੇ। ਹਾਂਜੀ, ਇਹ ਹੋਈ ਤੇਲ ਆ ਜਾਂਦੇ ਨੇ ਜੀ। ਕਹਿੰਦੇ 30-45 ਮਿੰਟ ਤੁਸੀਂ 30 ਤੋਂ 45 ਮਿੰਟ ਤੁਸੀਂ ਸੈਰ ਵੀ ਕਰਨੀ। ਸੋ ਇਹ ਬੜਾ ਡਾਈਟ ਚਾਰਟ ਡਾਈਟੀਸ਼ੀਅਨ ਨੇ ਲਿਖਿਆ ਜਿਹੜਾ। ਹੁਣ ਸਵਾਲ ਇਹ ਹੈ ਵੀ ਕੀ ਜੇਲ੍ਹ ਦੇ ਵਿੱਚ ਜਿੱਥੇ ਹਜ਼ਾਰਾਂ ਕੈਦੀ ਨੇ, ਕੀ ਸੰਭਵ ਹੈ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਖੁਦ ਇਹ ਸਾਰੀਆਂ ਚੀਜ਼ਾਂ ਤਿਆਰ ਕਰਨੀਆਂ ਆਉਂਦੀਆਂ ਨੇ? ਇਹ ਵੀ ਇੱਕ ਸਵਾਲ ਹੈ, ਕਿਉਂਕਿ ਕਈ ਵਾਰੀ ਅਗਲੇ ਕਹਿ ਦਿੰਦੇ ਵੀ ਤੁਸੀਂ ਆਪ ਜਿਹੜੀ ਚੀਜ਼ ਬਣਾ ਸਕਦੇ ਹੋ ਬਣਾ ਲਓ। ਪਤਾ ਨਹੀਂ ਅਗਰ ਜੇਲ੍ਹ ਮੈਨੂਅਲ ਅਲਾਊ ਕਰਦਾ ਹੋਏਗਾ, ਕਿਉਂਕਿ ਮੈਨੂੰ ਇਹ ਪਤਾ ਨਹੀਂ ਕਿ ਉੱਥੋਂ ਦੇ ਰੂਲ ਐਂਡ ਰੈਗੂਲੇਸ਼ਨਸ ਕੀ ਨੇ। ਇਹਦੇ ਬਾਰੇ ਹੁਣ ਅਸੀਂ ਆਉਂਦੇ ਦਿਨਾਂ 'ਚ ਜਾਣਕਾਰੀ ਹਾਸਲ ਕਰਾਂਗੇ। ਪਰ ਹਰਜੋਤ ਜੀ, ਇਹ ਵੱਡਾ ਸਵਾਲ ਹੈ ਕਿ ਕੀ ਕੋਈ ਵੀ ਕੈਦੀ, ਜਿਹੜੇ ਗੱਲ ਨਵਜੋਤ ਸਿੰਘ ਸਿੱਧੂ ਦੀ ਨਹੀਂ ਬਾਕੀਆਂ ਦੀ ਵੀ ਹੈ, ਜਿਹੜੇ ਸਾਡੇ ਕੈਦੀ ਸਾਰੇ ਬਿਮਾਰ ਹੋਣਗੇ, ਕੀ ਉਹ ਇੰਨੇ ਤਕੜੇ ਹੋਣਗੇ ਕਿ ਉਹ ਵਕੀਲ ਕਰ ਸਕਣ ਔਰ ਆਪਣੇ ਵਕੀਲ ਦੇ ਜ਼ਰੀਏ ਉਹ ਅਦਾਲਤ 'ਚ ਅਰਜ਼ੀ ਪਾ ਸਕਣ ਵੀ ਸਾਡੀ ਸਿਹਤ ਦੀ ਜਾਂਚ ਕਰਾਓ, ਸਾਨੂੰ ਲੱਗ ਰਿਹਾ ਕਿ ਸਾਡਾ ਕੋਲੈਸਟਰੋਲ ਵਧਿਆ ਹੈ ਜਾਂ ਸਾਡੇ ਬਲੱਡ ਦੀ ਪ੍ਰੋਬਲਮ ਹੋ ਸਕਦੀ ਹੈ? ਕੀ ਹੁੰਦਾ ਹੋਏਗਾ? ਮੈਨੂੰ ਲੱਗਦਾ ਜੇਲ੍ਹ ਦੇ ਵਿੱਚ ਮੈਡੀਕਲ ਕੈਂਪ ਵਗੈਰਾ ਲੱਗਦੇ ਹੋਣਗੇ, ਚੈੱਕਅਪ ਕੈਂਪ। ਉਸ ਵੇਲੇ ਮਾੜਾ ਮੋਟਾ ਪਤਾ ਲੱਗ ਜੇ ਕੈਦੀਆਂ ਬਾਰੇ। ਸੰਭਵ ਹੈ, ਇਹਦੇ ਬਾਰੇ ਜਾਣਕਾਰੀ ਲਵਾਂਗੇ। ਹੋ ਸਕਦਾ ਜਿਹੜੀ ਗੱਲ ਦਾ ਅਸੀਂ ਸ਼ੱਕ ਪ੍ਰਗਟ ਕਰ ਰਹੇ ਹਾਂ ਉਹਦੇ ਨਾਲੋਂ ਜ਼ਿਆਦਾ ਚੰਗੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹੋਣ, ਇਹ ਵੀ ਹੋ ਸਕਦਾ ਪਤਾ ਕਰਨ ਦਾ। ਔਰ ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਗਿਆ ਕਿ ਉਹਨਾਂ ਦਾ ਖੂਨ ਗੜ ਹੈ ਤੇ ਉਹਨਾਂ ਨੂੰ ਨਮਕ ਵੀ ਨਹੀਂ, ਸਾਲਟ ਵੀ ਨਹੀਂ ਦੇਣਾ, ਤੇ ਉਹ ਐਕਸਰਸਾਈਜ਼ ਕਰਨ ਤੇ ਆਪਣੀ ਸਿਹਤ ਨੂੰ ਉਹ ਕੰਟਰੋਲ ਕਰਨ, ਭਾਰ ਆਪਣਾ ਘਟਾਉਣ। ਹੁਣ ਆਖਰ ਮੈਂ ਗੱਲ ਮੁਕਾਉਣ ਲੱਗਿਆ ਨਵਜੋਤ ਸਿੰਘ ਸਿੱਧੂ ਦੀ। ਹੁਣ ਸਵਾਲ ਇਹ ਆ ਵੀ ਕੀ ਜੇਲ੍ਹ 'ਚ ਉਹਨਾਂ ਨੂੰ ਇਹ ਸਾਰੀ ਡਾਈਟ ਮਿਲ ਸਕੇਗੀ? ਅਗਰ ਨਹੀਂ ਤਾਂ ਫਿਰ ਇਹਦਾ ਬੰਦੋਬਸਤ ਕੀ ਹੈ? ਅਗਰ ਉਹਨਾਂ ਨੂੰ ਜੇਲ੍ਹ 'ਚ ਡਾਈਟ ਨਹੀਂ ਮਿਲੇਗੀ ਤਾਂ ਫਿਰ ਕੀ ਹੋਏਗਾ? ਕਿਉਂਕਿ ਅਗਰ ਨਵਜੋਤ ਸਿੰਘ ਸਿੱਧੂ ਇਹ ਡਾਈਟ ਨਹੀਂ ਲੈਣਗੇ ਤੇ ਉਹਨਾਂ ਦਾ ਨੁਕਸਾਨ ਹੋ ਸਕਦਾ ਹੈ। ਇਹ ਸਵਾਲ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਹੈ, ਕਿਉਂਕਿ ਕੋਈ ਵੀ ਮਰੀਜ਼ ਅਗਰ ਡਾਕਟਰ ਦੀ ਸਲਾਹ ਮੁਤਾਬਕ ਦਵਾਈ ਤੇ ਖਾਣ ਪੀਣ ਨਹੀਂ ਕਰੇਗਾ ਤਾਂ ਉਹਨਾਂ ਦਾ ਨੁਕਸਾਨ ਹੋ ਸਕਦਾ। ਬਾਕੀ ਉਹਨਾਂ ਦੇ ਜਿਹੜੇ ਮੈਡੀਕਲ ਟੈਸਟ ਦੀਆਂ ਰਿਪੋਰਟਾਂ ਆ ਗਈਆਂ ਨੇ, ਉਹਦੇ ਬਾਰੇ ਮੇਰੇ ਕੋਲੇ ਜਾਣਕਾਰੀ ਨਹੀਂ ਹੈ ਕਿ ਕੀ ਉਹ ਜੇਲ੍ਹ ਦੇ ਵਿੱਚ ਜਾਂ ਅਦਾਲਤ 'ਚ ਜਮ੍ਹਾਂ ਹੋ ਗਈਆਂ। ਪਰ ਮੈਨੂੰ ਇਹ ਲੱਗਦਾ ਕਿ ਆਉਂਦੇ ਇੱਕ ਅੱਧੇ ਦਿਨ ਤੱਕ ਜਾਂ ਅੱਜ ਜਾਂ ਹੋ ਸਕਦਾ ਕੱਲ ਕੋਈ ਆਰਡਰ ਜਾਰੀ ਕੀਤੇ ਹੋਣ। ਹਜੇ ਤੱਕ ਬਾਹਰ ਆਉਣ ਦੀ ਉਹਨਾਂ ਦੀ ਕੋਈ ਜਾਣਕਾਰੀ ਮੇਰੇ ਕੋਲੇ ਨਹੀਂ ਹੈ, ਪਰ ਇਹਦੇ ਤੇ ਜੋ ਵੀ ਅਪਡੇਟ ਹੋਏਗਾ ਅਸੀਂ ਸਾਂਝਾ ਕਰਾਂਗੇ। ਔਰ ਹਰਜੋਤ ਜੀ, ਇਹਦਾ ਜ਼ਰੂਰ ਅਸੀਂ ਜਿਹੜੇ ਸਾਡੇ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦੇ ਨੇ, ਸਾਡੇ ਬਹੁਤ ਸੀਨੀਅਰ ਵਕੀਲ ਸਾਹਿਬ, ਉਹਨਾਂ ਨਾਲ ਮੈਂ ਸੰਪਰਕ ਕਰਨ ਦੀ ਕੋਸ਼ਿਸ਼ ਕਰੂੰਗਾ ਕਿ ਗੱਲ ਸਿਰਫ ਨਵਜੋਤ ਸਿੰਘ ਸਿੱਧੂ ਤੱਕ ਨਾ ਰਵੇ। ਜਿਹੜਾ ਭੋਜਨ ਹੈ ਉਹ ਸਾਡਾ ਬੁਨਿਆਦੀ ਹੱਕ ਹੈ, ਉਹਦੇ ਲਈ ਅਸੀਂ ਵੀ ਯਤਨ ਕਰੀਏ ਤਾਂ ਕਿ ਹਰ ਕਿਸੇ ਨੂੰ ਜ਼ਰੂਰਤ ਮੁਤਾਬਕ ਭੋਜਨ ਮਿਲੇ। ਔਰ ਅਗਰ ਕਿਤੇ ਸਹਿਯੋਗ ਦੀ ਲੋੜ ਹੈ ਆਮ ਲੋਕਾਂ ਦੇ, ਤੇ ਅਸੀਂ ਸਾਰੇ ਸਰਕਾਰ ਦਾ ਵੀ ਸਹਿਯੋਗ ਕਰੀਏ ਔਰ ਜੇਲ੍ਹ ਮਹਿਕਮੇ ਦਾ ਵੀ ਸਹਿਯੋਗ ਕਰੀਏ।
ਬਿਲਕੁਲ ਸਹੀ ਗੱਲ ਤੁਸੀਂ ਕਹੀ ਹੈ। ਚਲੋ ਆਉਣ ਵਾਲੇ ਦਿਨਾਂ ਵਿੱਚ ਇਹ ਵੀ ਗੱਲ ਬਿਲਕੁਲ ਕਲੀਅਰ ਹੋ ਜਾਏਗੀ ਕਿ ਕਿਸ ਤਰੀਕੇ ਨਾਲ ਇਹ ਜੋ ਡਾਕਟਰ ਵੱਲੋਂ ਲਿਖ ਕੇ ਡਾਈਟ ਚਾਰਟ ਦਿੱਤਾ ਗਿਆ ਕਿਵੇਂ ਮੁਹੱਈਆ ਕਰਵਾਇਆ ਜਾ ਸਕਦਾ ਹੈ ਜੇਲ੍ਹ ਪ੍ਰਸ਼ਾਸਨ ਵੱਲੋਂ। ਸੋ ਆਉਂਦੇ ਸਮੇਂ ਵਿੱਚ ਜੋ ਵੀ ਤਸਵੀਰ ਬਣੇਗੀ ਉਹ ਵੀ ਆਪਣੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਾਂਗੇ। ਪਰ ਜਿਵੇਂ ਤੁਸੀਂ ਵਿਚਕਾਰ ਗੱਲ ਕੀਤੀ ਰੋਟੀ ਕੱਪੜਾ ਤੇ ਮਕਾਨ, ਹੈਨਾ, ਤਾਂ ਆਮ ਜਿਹੜਾ ਇਨਸਾਨ ਹੁੰਦਾ ਹੈ ਉਸਨੂੰ ਇਹ ਹੁੰਦਾ ਹੈ ਕਿ ਮੈਂ ਵਧੀਆ ਤਰੀਕੇ ਨਾਲ ਰੋਟੀ ਥੋੜੀ ਆਪਣੇ ਔਰ ਆਪਣੇ ਪਰਿਵਾਰ ਨੂੰ ਦੇ ਸਕਾਂ, ਇੰਨਾ ਕੁ ਮੈਂ ਕਮਾਵਾਂ। ਲੇਕਿਨ ਜਿਵੇਂ ਮਹਿੰਗਾਈ ਵੱਧਦੀ ਜਾ ਰਹੀ ਹੈ, ਸਵਾਲ ਖੜੇ ਹੁੰਦੇ ਜਾ ਰਹੇ ਨੇ ਕਿ ਗਰੀਬ ਵਿਚਾਰਾ ਕੀ ਹੁਣ ਰੋਟੀ ਖਾਣ ਜੋਗਾ ਵੀ ਨਹੀਂ ਰਿਹਾ। ਅਸੀਂ ਗੱਲ ਕਰ ਰਹੇ ਹਾਂ ਕਿ ਆਟੇ ਅਤੇ ਖੰਡ ਦੀਆਂ ਕੀਮਤਾਂ ਜੋ ਲਗਾਤਾਰ ਤੇਜ਼ੀ ਦੇ ਨਾਲ ਸਾਡੇ ਦੇਸ਼ ਵਿੱਚ ਵੱਧ ਰਹੀਆਂ ਨੇ। ਸੋ ਇਹ ਬਹੁਤ ਵੱਡਾ ਸਵਾਲ ਹੋ ਜਾਂਦਾ ਹੈ ਇੱਕ ਹਰੇਕ, ਕਿਉਂਕਿ ਪਰਿਵਾਰ ਦੇ ਨਾਲ ਆਟਾ ਤੇ ਖੰਡ ਬਹੁਤ ਇੱਕ ਬੇਸਿਕ ਜਿਹੀ ਚੀਜ਼ ਹੁੰਦੀ ਹੈ, ਜੁੜੀ ਹੋਈ ਹੈ। ਅਗਰ ਇਹਨਾਂ ਦੀਆਂ ਵੀ ਕੀਮਤਾਂ ਤੇਜ਼ੀ ਨਾਲ ਵਧਦੀਆਂ ਤੇ ਗਰੀਬ ਇਨਸਾਨ ਕਿੱਥੇ ਜਾਏਗਾ? ਬਿਲਕੁਲ ਠੀਕ ਹੈ ਹਰਜੋਤ ਜੀ। ਦੇਖੋ, ਭਾਰਤ ਦੇ ਵਿੱਚ ਖੰਡ ਦੇ ਮੁੱਲ ਵੱਧ ਰਹੇ ਨੇ। ਜਿਹੜੇ ਔਸਤਨ ਸਾਡਾ ਖੰਡ ਦਾ ਮੁੱਲ ਚੱਲ ਰਿਹਾ ਹੈ ਪਿਛਲੇ ਕੁਝ ਦਿਨਾਂ ਤੋਂ, ਮੈਂ ਨੋਟ ਕਰਕੇ ਰੱਖਿਆ ਸਾਰਾ, ਜੀ ਇਹ 41 ਤੋਂ 42 ਰੁਪਏ ਚੱਲ ਰਿਹਾ ਹੈ। ਇਹ ਪਿਛਲੇ 1-2 ਦਿਨਾਂ ਚ 22-23 ਤਰੀਕ ਤੱਕ, 23 ਤਰੀਕ ਜੀ ਔਰ ਇਹ ਵੱਧ ਤੋਂ ਵੱਧ ਕੀਮਤ ਵੀ ਚੱਲਦੀ ਹੈ। ਕਿਤੇ 53 ਰੁਪਏ 54 ਰੁਪਏ ਕਿਲੋ ਵੀ ਖੰਡ ਵੇਚੀ ਜਾ ਰਹੀ ਹੈ ਔਰ ਕਿਤੇ 34-35 ਵੀ ਪ੍ਰਤੀ ਕਿਲੋ ਵੇਚੀ ਜਾ ਰਹੀ ਹੈ। ਪਰ ਔਸਤ 41-42 ਦੇ ਕਰੀਬ ਹੈ ਖੰਡ ਪ੍ਰਤੀ ਕਿਲੋ। ਔਰ ਇਹਦੇ ਤੋਂ ਹੁਣ ਸਰਕਾਰ ਚਿੰਤਿਤ ਹੋਈ ਹੈ। ਜਿਹੜਾ ਸਾਡਾ ਖੁਰਾਕ ਬਾਰੇ ਕੇਂਦਰੀ ਮਹਿਕਮਾ ਹੈ ਉਹ ਚਿੰਤਿਤ ਹੋਇਆ। ਇਸੇ ਤਰ੍ਹਾਂ ਕਣਕ ਦਾ ਮੁੱਲ ਵੱਧ ਰਿਹਾ, ਪ੍ਰਤੀ ਕਿਲੋ ਕਣਕ ਦਾ ਮੁੱਲ ਵੀ ਵੱਧ ਰਿਹਾ। ਜਦੋਂ ਕਣਕ, ਖੰਡ, ਆਟਾ, ਦਾਲ, ਇਹਨਾਂ ਚੀਜ਼ਾਂ ਦੇ ਮੁੱਲ ਵੱਧਦੇ ਨੇ, ਉਹਦੇ ਪਿੱਛੇ ਕਾਰਨ ਕੀ ਹੁੰਦੇ ਨੇ? ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਤਾਂ ਹੁੰਦਾ ਇਨਫਲੇਸ਼ਨ, ਮਹਿੰਗਾਈ ਦਾ ਉਦੋਂ ਵੱਧਦੀ ਹੈ ਜਦੋਂ ਬਾਲਣ ਦਾ ਮੁੱਲ ਵੱਧਦਾ ਹੈ, ਜਦੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੱਧਦੀਆਂ ਨੇ, ਕਿਉਂਕਿ ਇਹਨਾਂ ਦੀ ਟਰਾਂਸਪੋਰਟੇਸ਼ਨ ਦੇ ਖਰਚੇ ਵੱਧ ਜਾਂਦੇ ਨੇ। ਤੇ ਜਿਹੜੇ ਵਪਾਰੀ ਹੁੰਦੇ ਨੇ ਉਹ ਕਹਿੰਦੇ ਆਟਾ 25 ਰੁਪਏ ਕਿਲੋ ਹੈ ਤੇ 25 ਰੁਪਏ ਕਿਲੋ ਹੀ ਹੈ, ਤੇ ਜੇ ਇਹਨੂੰ ਇੱਕ ਥਾਂ ਤੋਂ ਦੂਸਰੀ ਥਾਂ ਤੇ ਲਿਜਾਣ ਤੇ ਡੀਜ਼ਲ 2 ਰੁਪਏ ਦਾ ਲੱਗ ਗਿਆ ਤੇ ਅਸੀਂ ਉਹ 2 ਰੁਪਏ ਆਟੇ ਦੇ ਮੁੱਲ 'ਚ ਹੀ ਐਡ ਕਰ ਦੇਣੇ। ਮੰਨ ਲਿਆ ਆਟਾ 25 ਰੁਪਏ ਕਿਲੋ ਹੈ ਤੇ 2 ਰੁਪਏ ਡੀਜ਼ਲ ਤੇ 27 ਦਾ ਬਣ ਜਾਂਦਾ। ਸੋ ਇਸ ਕਰਕੇ ਅਗਰ ਪਿੰਡ 'ਚ ਵੀ ਸਾਡੀ ਕੋਈ ਦੁਕਾਨ ਹੈ ਤੇ ਅਸੀਂ ਉੱਥੋਂ ਕੋਈ ਰਾਸ਼ਨ ਲੈਂਦੇ ਹਾਂ ਤੇ ਉਹ 50 ਪੈਸੇ ਰੁਪਈਆ ਇਸ ਕਰਕੇ ਮਹਿੰਗਾ ਮਿਲਦਾ, ਉਹ ਕਹਿ ਦਿੰਦੇ ਨੇ ਵੀ ਸ਼ਹਿਰ ਤੋਂ ਲਿਆਉਣ ਤੇ ਇਹਦੇ ਤੇ ਖਰਚਾ ਪੈ ਗਿਆ। ਇਹ ਬੜੀ ਸਧਾਰਨ ਜੀ ਕਾਮਨ ਜੀ ਗੱਲ ਹੈ ਜਿਹੜੀ ਆਮ ਤੌਰ ਤੇ ਹੋ ਜਾਂਦੀ ਹੈ। ਮੈਂ ਆਟੇ ਦਾ ਮੁੱਲ ਸਿੰਬੋਲਿਕ ਲਿਆ, ਸੰਕੇਤਕ ਲਿਆ। ਹੁਣ ਇਸੇ ਤਰ੍ਹਾਂ ਆਟੇ ਦਾ ਮੁੱਲ ਦੇਸ਼ 'ਚ ਵੱਧ ਰਿਹਾ। ਕਹਿੰਦੇ ਜੀ ਯੁੱਧ ਲੱਗ ਗਿਆ, ਜਿਹੜਾ ਆਪਾਂ ਨੂੰ ਪਤਾ ਯੂਕਰੇਨ ਦਾ ਤੇ ਰੂਸ ਦਾ। ਯੂਕਰੇਨ ਦੂਸਰੇ ਨੰਬਰ ਦਾ ਸਭ ਤੋਂ ਵੱਡਾ ਪ੍ਰੋਡਿਊਸਰ ਹੈ ਕਣਕ ਦਾ ਜੀ, ਭਾਰਤ ਅਸੀਂ ਤੀਜੇ ਥਾਂ ਤੇ ਆਉਂਦੇ ਹਾਂ। ਹੁਣ ਇਹ ਸਾਰੀਆਂ ਚੀਜ਼ਾਂ ਨੇ, ਰੂਸ 1 ਨੰਬਰ ਤੇ ਆ। ਹੁਣ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਜਿਹਦੇ ਕਰਕੇ ਆਟੇ ਦਾ ਮੁੱਲ ਵੀ ਵਧਿਆ, ਕਣਕ ਦਾ ਮੁੱਲ ਵੀ ਵਧਿਆ। ਹੁਣ ਭਾਰਤ ਸਰਕਾਰ ਨੇ ਪਿਛਲੇ ਸਮੇਂ 'ਚ ਕਣਕ ਨੂੰ ਐਕਸਪੋਰਟ ਕਰਨ ਤੇ ਰੋਕ ਇਸੇ ਕਰਕੇ ਲਾਈ ਸੀ ਵੀ ਅਸੀਂ ਬਰਾਮਦ ਨਹੀਂ ਕਰ ਸਕਦੇ ਕਣਕ, ਤਾਂ ਕਿ ਅਗਰ ਕਣਕ ਬਾਹਰ ਚਲੀ ਜਾਏਗੀ ਤੇ ਸਾਡੇ ਮੁੱਲ ਹੋਰ ਵਧੇਗਾ ਕਣਕ ਦਾ। ਇਸੇ ਤਰ੍ਹਾਂ ਭਾਰਤ ਸਰਕਾਰ ਨੇ ਜਿਹੜੀ ਖੰਡ ਹੈ, ਮਹਿੰਗਾਈ ਤੇ ਨਕੇਲ ਕੱਸਣ ਦੇ ਲਈ, ਤਾਂ ਕਿ ਖੰਡ ਜ਼ਿਆਦਾ ਨਾ ਵਧੇ, ਸੋ ਵੱਡਾ ਫੈਸਲਾ ਸਰਕਾਰ ਲੈ ਸਕਦੀ ਹੈ। ਖੰਡ ਦੀ ਐਕਸਪੋਰਟ ਦੇ ਉੱਤੇ ਵੀ ਭਾਰਤ ਸਰਕਾਰ ਰੋਕ ਲਾ ਸਕਦੀ ਹੈ। ਔਰ ਇਹ ਇੱਕ ਬੜਾ ਇੰਟਰਸਟਿੰਗ ਇੱਕ ਫੈਕਟਰ ਹੈ ਹਰਜੋਤ ਜੀ, ਭਾਰਤ ਦੇ ਵਿੱਚ ਦੁਨੀਆ 'ਚ ਸਭ ਤੋਂ ਜ਼ਿਆਦਾ ਖੰਡ ਇੰਡੀਆ ਦੇ ਵਿੱਚ ਪੈਦਾ ਹੁੰਦੀ ਹੈ। ਅਸੀਂ ਸਭ ਤੋਂ ਵੱਧ ਪੈਦਾ ਕਰਦੇ ਹਾਂ। ਸਾਡੇ ਗੰਨੇ ਦੀ ਖੇਤੀ ਵੀ ਬਹੁਤ ਹੈ। ਯੂਪੀ, ਬਿਹਾਰ ਦੇ ਵਿੱਚ ਵੀ, ਯੂਪੀ 'ਚ ਤਾਂ ਮੈਨੂੰ ਪਤਾ ਹੈ ਗੰਨੇ ਦੀ ਬਹੁਤ ਖੇਤੀ ਹੁੰਦੀ ਹੈ। ਪੰਜਾਬ 'ਚ ਗੰਨਾ ਹੌਲੀ ਹੌਲੀ ਘਟਦਾ ਰਿਹਾ। ਕਿਸੇ ਸਮੇਂ 40-50 ਹਜ਼ਾਰ ਹੈਕਟੇਅਰ ਜਾਂ ਇਸ ਤੋਂ ਵੱਧ ਵੀ ਅਸੀਂ ਆ ਗਏ ਸੀ ਗੰਨੇ ਦੀ ਖੇਤੀ 'ਚ, ਪਰ ਅਸੀਂ ਉਨਾ ਜ਼ਿਆਦਾ ਗੰਨਾ ਨਹੀਂ ਬੀਜਿਆ ਕਿਉਂਕਿ ਸਾਡੇ ਜਿਹੜਾ ਗੰਨੇ ਦੇ ਕਿਸਾਨ ਨੇ, ਗੰਨਾ ਬੀਜਣ ਵਾਲੇ, ਉਹਨਾਂ ਨੂੰ ਪੇਮੈਂਟ ਨਹੀਂ ਸਮੇਂ ਸਿਰ ਮਿਲਦੀ। ਹੋ ਸਕਦਾ ਹੈ ਗੰਨੇ ਤਹਿਤ ਰਕਬਾ ਫਿਰ ਅਸੀਂ ਲੱਖ ਤੱਕ ਆ ਗਿਆ ਹੋਵੇ, ਪਰ ਸਾਡੀ ਰਕਮ ਨਹੀਂ ਮਿਲਦੀ ਗੰਨੇ ਦੀ। ਔਰ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ, 26 ਤਰੀਕ ਨੂੰ, ਜਿਹੜੀ ਅੱਜ ਆਪਣੀ 25 ਤਰੀਕ ਹੋ ਗਈ, 26 ਤਰੀਕ ਨੂੰ ਮੈਂ ਨੋਟ ਕਰਕੇ ਰੱਖਿਆ ਸੀ ਜੀ, 26 ਤਰੀਕ ਨੂੰ ਜਿਹੜਾ ਆਪਣਾ ਜਲੰਧਰ ਦਿੱਲੀ ਹਾਈਵੇ ਹੈ, ਜਿਹੜੇ ਦੁਆਬਾ ਕਿਸਾਨ ਯੂਨੀਅਨ ਵੱਲੋਂ ਉੱਥੇ ਜਾਮ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ। ਇਹ 22 ਨੂੰ ਉਹਨਾਂ ਨੇ ਐਲਾਨ ਕੀਤਾ ਸੀ। ਕਹਿੰਦੇ ਵੀ ਅਸੀਂ ਜਲੰਧਰ ਦਿੱਲੀ ਹਾਈਵੇ ਨੂੰ ਜਾਮ ਕਰਨਾ ਹੈ ਕਿਉਂਕਿ ਗੰਨੇ ਦੀ ਬਕਾਇਆ ਰਾਸ਼ੀ ਸਾਨੂੰ ਮਿਲੀ ਨਹੀਂ। ਹੁਣ ਜਿੱਦਣ ਭਗਵੰਤ ਮਾਨ ਸਾਹਿਬ ਦੇ ਨਾਲ ਮੀਟਿੰਗ ਹੋਈ ਸੀ ਕਿਸਾਨਾਂ ਦੀ, ਜਿੱਦਣ ਸਹਿਮਤੀਆਂ ਬਣ ਗਈਆਂ ਸੀ, ਉਦੋਂ ਭਗਵੰਤ ਮਾਨ ਜੀ ਨੇ ਹਦਾਇਤ ਕਰ ਦਿੱਤੀ ਸੀ ਕਿ ਗੰਨੇ ਦੀ ਬਕਾਇਆ ਰਾਸ਼ੀ ਅਦਾ ਕੀਤੀ ਜਾਵੇ, ਪਰ ਕਈ ਕਿਸਾਨ ਜਥੇਬੰਦੀਆਂ ਹਜੇ ਸੰਤੁਸ਼ਟ ਨਹੀਂ ਹੈ। ਹੁਣ 26 ਤਰੀਕ ਜਿਨ੍ਹਾਂ ਨੇ ਵੀ ਜਲੰਧਰ ਦਿੱਲੀ ਹਾਈਵੇ ਤੇ ਸਫ਼ਰ ਕਰਨਾ ਹੈ ਉਹ ਚੈੱਕ ਕਰ ਲਿਓ। ਅਗਰ ਤਾਂ ਧਰਨਾ ਕੈਂਸਲ ਹੋ ਗਿਆ ਫਿਰ ਤਾਂ ਆਪਣਾ ਆਓ ਜਾਓ, ਅਗਰ ਧਰਨਾ ਲੱਗਿਆ ਤੇ ਉਹ ਸਾਰੇ ਦਿਨ ਲਈ ਕਿਸਾਨ ਜਥੇਬੰਦੀ ਨੇ ਕਿਹਾ ਕਿ ਅਸੀਂ
ਜਾਮ ਲਾਵਾਂਗੇ। ਲਗਭਗ 1 ਦਿਨ ਦਾ ਜਾਮ ਹੈ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ। ਸੋ ਮੈਂ ਕਈ ਵਾਰੀ ਜਾਮ 'ਚ ਫਸ ਜਾਂਦਾ, ਕਈ ਵਾਰੀ ਜ਼ਰੂਰੀ ਕੰਮ ਕਿਸੇ ਨੇ ਜਾਣਾ ਹੁੰਦਾ, ਸੋ ਉਹਨਾਂ ਨੇ 1 ਦਿਨ ਦਾ ਜਿਹੜਾ ਹੈਗਾ ਬੰਦ ਕਰਨਗੇ ਜਲੰਧਰ ਦਿੱਲੀ ਹਾਈਵੇ। ਸੋ ਇਹ ਅਸੀਂ ਖਿਆਲ ਰੱਖੀਏ। ਔਰ ਦੂਸਰਾ ਦੇਖੋ, 2 ਪੱਖ ਨੇ ਹਰਜੋਤ ਜੀ। ਮਹਾਰਾਸ਼ਟਰ ਦੇ ਵਿੱਚ ਪਿਆਜ਼ ਬਹੁਤ ਜ਼ਿਆਦਾ ਹੁੰਦਾ, ਸਾਨੂੰ ਸਾਰਿਆਂ ਨੂੰ ਪਤਾ, ਨਾਸਿਕ ਦਾ ਪਿਆਜ਼ ਵੀ ਬਹੁਤ ਮਸ਼ਹੂਰ ਹੈ ਜੀ। ਔਰ ਉੱਥੇ ਜਿਹੜੇ ਕਿਸਾਨ ਨੇ ਉਹਨਾਂ ਦੀਆਂ ਇਨਪੁਟਸ ਇੰਨੀਆਂ ਜ਼ਿਆਦਾ ਵੱਧ ਗਈਆਂ, 1 ਕਿਲੋ ਪਿਆਜ਼ ਪੈਦਾ ਕਰਨ ਲਈ 15 ਤੋਂ 20 ਰੁਪਏ ਉਹਨਾਂ ਦਾ ਖਰਚਾ ਆ ਰਿਹਾ ਹੈ। ਔਰ ਅੱਜ ਸਥਿਤੀ ਇਹ ਹੈ ਨਾਸਿਕ ਦੇ ਵਿੱਚ, ਜੇ ਅਸੀਂ ਪਿਆਜ਼ ਦੀ ਗੱਲ ਕਰੀਏ ਤਾਂ ਜਿਹੜੇ ਕਿਸਾਨ ਨੇ ਉਹਨਾਂ ਨੂੰ ਪਿਆਜ਼ 1 ਰੁਪਏ ਤੋਂ 20 ਰੁਪਏ ਕਿਲੋ ਵੇਚਣਾ ਪੈ ਰਿਹਾ। ਜਿਵੇਂ ਅਸੀਂ ਪੰਜਾਬ ਸਾਡੇ ਆਲੂ 1 ਰੁਪਏ ਕਿਲੋ ਵੇਚਦੇ ਸੀ ਕਿਸਾਨਾਂ ਨੂੰ ਮਜਬੂਰੀ 'ਚ, ਤੇ ਉਹ ਸੜਕਾਂ ਤੇ ਹੀ ਲਾ ਦਿੰਦੇ ਸੀ ਆਲੂ। ਸੋ ਨਾਸਿਕ 'ਚ, ਮਹਾਰਾਸ਼ਟਰ 'ਚ ਪਿਆਜ਼ ਨੂੰ ਲੈ ਕੇ ਇਸ ਵਕਤ ਬੜੀ ਚਿੰਤਾਜਨਕ ਸਥਿਤੀ ਹੈ। ਪਿਆਜ਼ ਦਾ ਮੁੱਲ ਬਹੁਤ ਘਟ ਗਿਆ ਕਿਉਂਕਿ ਉਤਪਾਦਨ ਵੱਧ ਗਿਆ, ਜਿਹਦੇ ਕਰਕੇ ਹੁਣ ਕਿਸਾਨਾਂ ਨੂੰ ਘਾਟਾ ਪੈ ਰਿਹਾ। ਸੋ ਕਿਤੇ ਖੰਡ ਮਹਿੰਗੀ ਹੋ ਰਹੀ ਹੈ, ਆਟਾ ਮਹਿੰਗਾ ਹੋ ਰਿਹਾ ਕਿਉਂਕਿ ਕਿੱਲਤ ਹੈ, ਔਰ ਪਿਆਜ਼ ਉਹਦੀ ਬਹੁਤਾਤ ਹੋ ਗਈ ਤੇ ਉਹ ਸਸਤਾ ਹੋ ਗਿਆ, ਔਰ ਕਿਸਾਨਾਂ ਦੀ ਲਾਗਤ ਨਾਲੋਂ ਵੀ ਉਹਨਾਂ ਨੂੰ ਘੱਟ ਪੈਸਾ ਮਿਲ ਰਿਹਾ। ਸੋ ਇਹ ਸਥਿਤੀਆਂ ਖੇਤੀਬਾੜੀ ਦੀਆਂ ਬੜੀਆਂ ਹੋਈਆਂ। ਜੀ 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 ਬਿਲਕੁਲ। ਸੋ ਖਬਰਾਂ ਸਾਡੇ ਕੋਲ ਹੋਰ ਵੀ ਢੇਰ ਸਾਰੀਆਂ ਨੇ ਤੇ ਸਮਾਂ ਸਾਡੇ ਕੋਲ ਜੋ ਹੈ ਘਟਦਾ ਜਾ ਰਿਹਾ। ਇੱਕ ਛੋਟਾ ਜਿਹਾ ਸਵਾਲ ਤੇ ਛੋਟਾ ਜਿਹਾ ਜਵਾਬ ਤੁਹਾਡੇ ਤੋਂ ਜ਼ਰੂਰ ਲੈਣਾ ਚਾਹੂੰਗੀ ਕਿ ਜੋ ਸ਼ੁਰੂਆਤ ਵਿੱਚ ਗੱਲ ਕੀਤੀ ਕਿ ਯੂਟੀ ਦੇ ਮੁਲਾਜ਼ਮਾਂ ਦੇ ਖਾਤੇ ਵਿੱਚ ਕੇਂਦਰ ਲੱਖਾਂ ਰੁਪਏ ਪਾਉਣ ਵਾਲੀ, ਉਹ ਕਿਹੜੇ ਮੁਲਾਜ਼ਮ ਨੇ, ਉਹ ਵੀ ਜ਼ਰੂਰ ਕਲੀਅਰ ਕਰੋ। ਦੇਖੋ, ਇਹਦੇ ਚ 6 ਸਾਲਾਂ ਦਾ 6ਵੇਂ ਪੇ ਕਮਿਸ਼ਨ ਦਾ ਬਕਾਇਆ ਪਿਆ। ਜਿਹੜੇ ਯੂਟੀ ਦੇ ਚੰਡੀਗੜ੍ਹ ਚ ਯੂਟੀ ਦੇ ਮੁਲਾਜ਼ਮ ਨੇ, ਉਹਨਾਂ ਦੇ ਵਿੱਚ ਕੁਝ ਮੁਲਾਜ਼ਮ ਡੈਪੂਟੇਸ਼ਨ ਤੇ ਗਏ ਹੋਏ ਨੇ, ਉਹ ਵੀ ਨੇ। ਇਹਨਾਂ ਸਾਰਿਆਂ ਦੇ ਖਾਤਿਆਂ 'ਚ ਲੱਖਾਂ ਹਜ਼ਾਰ ਰੁਪਏ, ਲੱਖਾਂ ਰੁਪਏ ਆਉਣਗੇ। 25,000 ਦੇ ਕਰੀਬ ਇਹ ਮੁਲਾਜ਼ਮ ਦੱਸੇ ਜਾ ਰਹੇ ਨੇ, ਔਰ ਕਿਹਾ ਜਾ ਰਿਹਾ ਕਿ ਅੰਦਾਜ਼ਨ 4 ਲੱਖ, 5 ਲੱਖ, 6 ਲੱਖ, 7 ਲੱਖ ਤੱਕ ਵੀ ਉਹਨਾਂ ਨੂੰ ਜਿਹੜਾ ਬਕਾਇਆ 6 ਸਾਲਾਂ ਦਾ ਮਿਲ ਸਕਦਾ ਹੈ। ਸੋ 6ਵਾਂ ਪੇ ਕਮਿਸ਼ਨ ਉਹਨਾਂ ਨੂੰ ਮਿਲਣ ਜਾ ਰਿਹਾ ਪੰਜਾਬ ਦਾ, ਕਿਉਂਕਿ ਸੈਂਟਰ ਰੂਲਸ ਦੇ ਤਹਿਤ ਆ ਗਏ ਨੇ। ਸੋ ਇਸ ਤੋਂ ਬਾਅਦ ਕੇਂਦਰ ਦੇ ਰੂਲਸ ਮੁਤਾਬਕ ਉਹਨਾਂ ਨੂੰ ਜਿਹੜੇ ਭੱਤੇ ਨੇ ਜਾਂ ਪੇ ਕਮਿਸ਼ਨ ਨੇ ਮਿਲਿਆ ਕਰਨਗੇ। ਪਰ ਇਹ ਮੁਲਾਜ਼ਮਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ, ਕਿਉਂਕਿ 1 ਜਨਵਰੀ 2016 ਤੋਂ ਲੈ ਕੇ 30 ਸਤੰਬਰ 2021 ਤੱਕ ਦਾ ਜਿਹੜਾ ਬਕਾਇਆ ਹੈ, 16 ਤੋਂ 21 ਤੱਕ ਦਾ ਤੁਸੀਂ ਮੰਨ ਲਓ ਜੀ 5 ਸਾਲ ਦਾ ਬਕਾਇਆ ਹੈ। ਸੋ ਲੱਖਾਂ ਰੁਪਏ ਮੁਲਾਜ਼ਮਾਂ ਦੇ ਖਾਤਿਆਂ 'ਚ ਆਉਣਗੇ। ਸੋ ਉਹਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ। ਮਹਿੰਗਾਈ ਦੇ ਸਮੇਂ 'ਚ ਅਗਰ ਇੰਨੇ ਪੈਸੇ 5-6 ਲੱਖ ਇਕੱਠੇ ਮਿਲ ਜਾਣ, 4 ਲੱਖ ਵੀ ਮਿਲ ਜਾਣ, ਤੇ ਜ਼ਰੂਰੀ ਕੰਮ ਕਾਜ ਆ ਜਿਹੜੇ ਉਹ ਸਾਰੇ ਹੋ ਸਕਦੇ ਨੇ। ਸੋ ਇਹ ਬੜਾ ਖੁਸ਼ੀ ਵਾਲੀ ਗੱਲ ਹੁੰਦੀ ਹੈ ਜਦੋਂ ਇਸ ਤਰੀਕੇ ਦਾ ਪੈਸਾ ਬਕਾਇਆ ਮੁਲਾਜ਼ਮਾਂ ਨੂੰ ਆਪਣੀ ਮਿਹਨਤ ਦਾ ਮਿਲਦਾ। ਜੀ 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 ਬਿਲਕੁਲ। ਸੋ ਅੱਜ ਪੂਰੀ ਕੋਸ਼ਿਸ਼ ਕੀਤੀ ਹੈ ਕਿ ਜੋ ਵੀ ਖਾਸ ਖਬਰਾਂ ਰਹੀਆਂ ਉਹਨਾਂ ਦੇ ਉੱਪਰ ਆਪਾਂ ਚਰਚਾ ਕਰੀਏ, ਤੇ ਅਸੀਂ ਹਮੇਸ਼ਾ ਹੀ ਆਪਣੇ ਦਰਸ਼ਕਾਂ ਦਾ ਜੋ ਧੰਨਵਾਦ ਕਰਦੇ ਹਾਂ ਜੋ ਆਪਣੇ ਸੁਝਾਅ ਵੀ ਸਾਨੂੰ ਕਮੈਂਟ ਜ਼ਰੀਏ ਭੇਜਦੇ ਨੇ, ਦੱਸਦੇ ਨੇ ਕਿ ਉਹ ਕੀ ਸੋਚਦੇ ਨੇ ਪੰਜਾਬ ਨੂੰ ਲੈ ਕੇ, ਪੰਜਾਬ ਦੇ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ। ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਵੀ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਦੇ ਵਿੱਚ ਚਰਚਾ ਕਰਦੇ ਹੋ, ਪੂਰੀ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾਉਂਦੇ ਹੋ। ਤੇ ਇਸ ਦੇ ਨਾਲ ਹੀ ਤੁਹਾਡਾ ਧੰਨਵਾਦ ਕਰਦੇ ਹੋਏ ਮੈਂ ਵੀ ਦਰਸ਼ਕਾਂ ਤੋਂ ਇਜਾਜ਼ਤ ਲੈਂਦੀ ਹਾਂ। ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਹਰਜੋਤ ਜੀ। ਔਰ ਸਾਡੇ ਜਿਹੜੇ ਮਾਨਯੋਗ ਦਰਸ਼ਕ ਨੇ ਜਾਂ ਪੰਜਾਬੀ ਨੇ, ਉਹ ਵੀ ਆਪਣੇ ਕੀਮਤੀ ਸੁਝਾਅ ਸਾਨੂੰ ਭੇਜ ਸਕਦੇ ਨੇ। ਮੈਂ ਕਮੈਂਟਸ ਸਾਰੇ ਆਪ ਵੀ ਪੜ੍ਹਦਾ ਹੁੰਦਾ। ਸੋ ਬੜੇ ਸਤਿਕਾਰਯੋਗ ਸਾਡੇ ਪੰਜਾਬੀ ਨੇ, ਬਹੁਤ ਚੰਗੇ ਚੰਗੇ ਸੁਝਾਅ ਬਹੁਤ ਸਾਨੂੰ ਮਿਲਦੇ ਨੇ, ਜਿਨ੍ਹਾਂ ਤੇ ਮੈਂ ਅਮਲ ਵੀ ਫੌਰੀ ਤੌਰ ਤੇ ਕਰਦਾ ਜਿੰਨਾ ਸੰਭਵ ਹੋ। ਬਹੁਤ ਧੰਨਵਾਦ ਹਰਜੋਤ ਜੀ। ਧੰਨਵਾਦ ਜੀ।